ਫਗਵਾੜਾ ਦੇ ਸਿਟਿੰਗ ਐਮਐਲਏ ਹੈਗੇ ਆ ਬਲਵਿੰਦਰ ਸਿੰਘ ਢਾਲੀਵਾਲ। ਉਹ ਇੱਕ ਸ਼ਾਂਤ ਸੁਭਾਅ ਦੇ ਜਾਣੇ ਜਾਂਦੇ, ਕਹਿੰਦੇ ਵੀ ਉਹਨਾਂ ਦਾ ਕੰਮ ਕਰਨ ਦਾ ਤਰੀਕਾ ਬਹੁਤ ਆ, ਜਿਹੜੀ ਮਰਜ਼ੀ ਪਾਰਟੀ ਦਾ ਬੰਦਾ ਚੱਲ ਜਾਵੇ ਉਹਨਾਂ ਦਾ ਕਹਿੰਦੇ ਕੰਮ ਕਰ ਦਿੰਦੇ ਹੈਗੇ ਆ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਉਹਨਾਂ ਦੀ ਗੁੱਡ ਬੁੱਕ ਦੇ ਵਿੱਚ ਵੀ ਜਾਣੇ ਜਾਂਦੇ ਸੀਗੇ ਬਲਵਿੰਦਰ ਸਿੰਘ ਢਾਲੀਵਾਲ, ਉਹਨਾਂ ਦੇ ਕਾਫੀ ਨਜ਼ਦੀਕੀ ਸੀਗੇ। ਨਜ਼ਦੀਕੀ ਨਾ ਹੁੰਦੇ ਤਾਂ ਜਿਹੜੇ ਸਾਬਕਾ ਮੰਤਰੀ ਹੈਗੇ ਆ ਜੋਗਿੰਦਰ ਸਿੰਘ ਮਾਨ, ਉਹਨਾਂ ਦੀ ਟਿਕਟ ਨਹੀਂ ਕੱਟ ਹੋਣੀ ਸੀਗੀ। ਦੂਜੇ ਪਾਸੇ ਹੁਣ ਆਪਾਂ ਕਰ ਲਈਏ ਸਰਦਾਰ ਜੋਗਿੰਦਰ ਸਿੰਘ ਮਾਨ ਦੀ ਗੱਲ, ਉਹ ਵੀ ਕਹਿੰਦੇ ਹੁਣ ਬਾਰ-ਬਾਰ ਨਹੀਂ, ਵੀ ਇੱਕ ਵਾਰੀ ਤਾਂ ਧੋਖਾ ਮਿਲ ਗਿਆ ਜਿਮਨੀ ਚੋਣਾਂ ਦੇ ਵਿੱਚ, ਹਨਾ, ਵੀ ਹੁਣ ਨਹੀਂ ਧੋਖਾ ਖਾਣਾ। ਉਹ ਕਹਿੰਦੇ ਵੀ ਹੁਣ ਤਾਂ ਚਾਹੇ ਜੋ ਹੁੰਦਾ ਹੋ ਜਾਵੇ, ਇਸ ਵਾਰ ਮੈਂ ਦਾਅਵੇਦਾਰੀ ਕੀਤੀ, ਮੈਂ ਲੜਾਈ ਲੜਨੀ ਆ। ਸੋ ਇਸ ਵੇਲੇ ਪੂਰੀ ਘਾਟ ਇਹ ਟੱਕਰ ਆ, ਯਾਨੀ ਕਿ ਕੋਈ ਵੀ ਕਿਸੇ ਤੋਂ ਘੱਟ ਨਹੀਂ, ਕੁੰਡੀਆਂ ਦੇ ਸਿੰਘ ਫਸੇ ਆ। ਬਲਵਿੰਦਰ ਸਿੰਘ ਢਾਲੀਵਾਲ 1 ਇੰਚ ਨਹੀਂ ਪਿੱਛੇ, ਜੋਗਿੰਦਰ ਸਿੰਘ ਮਾਨ 1 ਇੰਚ ਨਹੀਂ ਪਿੱਛੇ। ਉਹ ਕਹਿੰਦੇ ਚਾਹੇ ਜੋ ਮਰਜ਼ੀ ਹੋ ਜਾਵੇ, ਇਹਨਾਂ ਦੋਹਾਂ ਸਾਨਾਂ ਦੀ ਆਪਸ ਵਿੱਚ ਲੜਾਈ ਆ। ਇਹਨਾਂ ਦੋਹਾਂ ਵਿੱਚੋਂ ਕੋਈ ਵੀ ਜਿਹੜਾ ਟਿਕਟ ਲੈ ਕੇ ਜਾ ਸਕਦਾ ਆ। ਜਿੱਥੇ ਬਲਵੀਰ ਰਾਣੀ ਸੋਢੀ ਦੀ ਮੈਡਮ ਦੀ ਗੱਲ ਕਰਦੇ ਆ, ਤੇ ਉਹ ਇੱਥੋਂ ਸਾਰਾ ਕੁਝ ਛੱਡ ਕੇ ਆਪਣੇ ਅਮਰੀਕਾ ਦੇ ਵਿੱਚ ਚਲ ਗਏ ਸੀ। ਉਸ ਤੋਂ ਬਾਅਦ ਇਹ ਉਹਨਾਂ ਦੀ ਥਾਂ ਤੇ ਵੱਡੀ ਜ਼ਿੰਮੇਵਾਰੀ ਸੁੰਦਰ ਸ਼ਾਮ ਅਰੋੜਾ ਜੀ ਦਾ ਵੱਡਾ ਯੋਗਦਾਨ ਹੈਗਾ, ਹੋਰ ਸੁਨੀਲ ਜਾਖੜ ਜਿਹੜੇ ਸਾਬਕਾ ਪ੍ਰਧਾਨ ਆ ਉਹਨਾਂ ਦਾ ਵੱਡਾ ਯੋਗਦਾਨ ਆ। ਉਹਨਾਂ ਨੇ ਦਲਜੀਤ ਰਾਜੂ ਨੂੰ ਦੇ ਦਿੱਤੀ ਸੀ। ਉਹ ਕਹਿੰਦੇ ਵੀ ਇਹ ਕੋਆਰਡੀਨੇਟਰ ਬਣ ਗਏ ਕਪੂਰਥਲਾ ਦੇ। ਜਿਹੜਾ ਕੰਮ ਦਲਜੀਤ ਸਿੰਘ ਰਾਜੂ ਨੇ ਏਡਾ ਬਵਾਕੀ ਨਾਲ ਕੀਤਾ, ਤੇ ਉਹ ਇਸ ਵੇਲੇ ਪੂਰਾ ਟੌਪ ਦੀ ਹਿੱਟ ਲਿਸਟ ਵਿੱਚ ਵੱਡੀ ਲੀਡਰਸ਼ਿਪ 'ਚ ਆ ਗਿਆ। ਉਹ ਪਸੰਦ ਕਰਦੇ ਵੀ, ਕਹਿੰਦੇ ਹਾਂ ਵੀ ਸਾਡਾ ਜ਼ਿਲ੍ਹਾ ਪੂਰਾ ਸਾਂਭਿਆ। ਮੈਡਮ ਬਲਵੀਰ ਰਾਣੀ ਸੋਢੀ ਹੁਣੀ ਪਿੱਛੇ ਵੀ ਦਾਅਵਾ ਕੀਤਾ ਸੀ ਜਿਮਨੀ ਚੋਣ ਦੇ ਵਿੱਚ ਵੀ, ਉਹਨਾਂ ਨੇ ਵੀ ਟਾਇਰਾਂ ਦੇ ਗੁੱਟੀਆਂ ਉਡਾਤੀਆਂ ਸੀ, ਏਡੀ ਗੱਡੀ ਇਨੋਵਾ ਕਮਾਈ ਸਾਰੇ ਪਾਸੇ। ਪਰ ਜਦੋਂ ਉਹਨਾਂ ਨੂੰ ਲੱਗਾ ਵੀ ਹੁਣ ਟਿਕਟ ਨਹੀਂ ਮਿਲਣੀ ਹੈਗੀ, ਉਸ ਤੋਂ ਮਗਰੋਂ ਉਹ ਜਿਹੜਾ ਕਿ ਅਮਰੀਕਾ ਨੂੰ ਚਲ ਗਏ ਸੀਗੇ। ਹੁਣ ਬੀਤੇ ਦਿਨਾਂ ਦੇ ਵਿੱਚ ਇਹ ਵੀ ਸੱਚ ਆ ਬਈ ਉਹਨਾਂ ਨੂੰ ਮਹਿਲਾ ਕਾਂਗਰਸ ਪੰਜਾਬ ਦਾ ਅਹੁਦਾ ਮਿਲਿਆ। ਇਹ ਜਿਹੜਾ ਅਹੁਦਾ ਮਿਲਣਾ ਇਹ ਕੋਈ ਛੋਟੀ ਗੱਲ ਨਹੀਂ, ਬਹੁਤ ਵੱਡੀ ਗੱਲ ਆ। ਪੰਜਾਬ ਲੈਵਲ ਦਾ ਅਹੁਦਾ ਹੈਗਾ, ਪਰ ਕੱਲੇ ਅਹੁਦਿਆਂ ਦੇ ਨਾਲ ਇਲੈਕਸ਼ਨਾਂ ਨਹੀਂ ਜਿੱਤ ਹੋ ਜਾਂਦੀਆਂ, ਕੱਲੇ ਅਹੁਦਿਆਂ ਦੇ ਨਾਲ ਟਿਕਟਾਂ ਨਹੀਂ ਮਿਲ ਜਾਂਦੀਆਂ। ਨਵਜੋਤ ਸਿੰਘ ਸਿੱਧੂ ਜਿਹੜੇ ਪੰਜਾਬ ਦੇ ਪ੍ਰਧਾਨ ਆ, ਉਹਨਾਂ ਨੇ ਕਲੀਅਰ ਗੱਲ ਕਰਤੀ ਵੀ ਇੱਥੇ ਇਦਾਂ ਨਹੀਂ ਹੋਣੀ, ਟਿਕਟ ਉਹਨੂੰ ਮਿਲਣੀ ਆ ਜਿਹੜਾ ਲੋਕਾਂ ਦੇ ਦਿਲਾਂ ਤੇ ਰਾਜ ਕਰੂਗਾ, ਜਿਹੜੀ ਜਿੱਤਣ ਦੀ ਮਨਸ਼ਾ ਹੋਈ। ਪਰ ਅੱਜ ਵੀ ਬਸਪਾ ਦੇ ਵਿੱਚ ਬਰੂਦ ਤਾਂ ਜਾਗਦਾ ਨਾ। ਉਹ ਕਹਿੰਦੇ ਵੀ ਯਾਰ ਅਸੀਂ ਲੋਕਲ ਬੈਠੇ ਆ, ਕੋਈ ਬੰਦਾ ਉੱਥੋਂ ਦੂਜੇ ਆ ਕੇ ਸਾਡੇ ਹਲਕੇ ਦੇ ਵਿੱਚ ਲੜ ਰਿਹਾ, ਇਹ ਥੋੜਾ ਉਹਨਾਂ ਦੇ ਵਿੱਚ ਰੋਸਾ ਹੈਗਾ। ਹਾਲ ਦੀ ਘੜੀ ਮਜ਼ਬੂਤ ਹੈਗੇ ਜਸਵੀਰ ਸਿੰਘ ਗੜੀ, ਇਦਾਂ ਨਹੀਂ ਕਹਿ ਸਕਦੇ ਵੀ ਉਹ ਮਜ਼ਬੂਤ ਨਹੀਂ, ਕਿਉਂਕਿ ਕੈਂਡੀਡੇਟ ਪਾਰਟੀ ਦਾ ਇੱਕ ਆ, ਦੋਹਾਂ ਪਾਰਟੀਆਂ ਦਾ ਆਪਸੀ ਵਿਰੋਧ ਨਹੀਂ। ਵਿਰੋਧੀਆਂ ਨਾਲ ਲੜਾਈ ਲੜਨੀ ਉਹ ਤਾਂ ਬਾਅਦ ਦੀ ਗੱਲ ਆ। ਜਦੋਂ ਘਰੋਂ ਹੀ ਆਪਾਂ ਆਪਸ ਵਿੱਚ ਜੁੱਤੀ ਖੜੱਕਾ ਹੋਈ ਜਾਣਾ, ਤੇ ਉਦੋਂ ਆਪਾਂ ਲੜਾਈ ਨਹੀਂ ਜਿੱਤ ਸਕਦੇ। ਜੇ ਤਾਂ ਕਾਂਗਰਸ ਇਕੱਠੀ ਹੋ ਜੂਗੀ, ਕੋਈ ਚੰਗਾ ਉਮੀਦਵਾਰ ਆ ਜੂਗੇ, ਸਾਰੇ ਇਕੱਠੇ ਹੋ ਕੇ ਹੰਭਲਾ ਮੰਨਗੇ, ਤਾਂ ਗੜੀ ਸਾਹਿਬ ਨੂੰ ਵੀ ਭੱਜਣਾ ਪੈ ਜਾਣੀਆਂ। ਫੇਰ ਤਾਂ ਦੇਖੂਗੇ ਕਿਹੜਾ ਨਿੱਤਰਦਾ ਹੈਗਾ ਮੈਦਾਨ ਦੇ ਵਿੱਚ। ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇੱਟ ਖੜੱਕੇ ਵਾਲਾ ਕੰਮ ਆ। ਸਰਦਾਰ ਸਰਵਣ ਸਿੰਘ ਕਲਾਰ ਵੱਖਰੇ ਪਾਸੇ ਨੂੰ ਮੋਰਚਾ, ਸਰਦਾਰ ਰਣਜੀਤ ਸਿੰਘ ਖਰਾਣਾ ਤੇ ਸਰਦਾਰ ਬਾਦ ਸਾਹਿਬ, ਇਹਨਾਂ ਦੇ ਇਦਾਂ ਮੂੰਹ ਆ ਇਦਾਂ। 2017 ਦੇ ਵਿੱਚ ਸਾਰੇ ਹੀ ਕਹਿੰਦੇ ਸੀ ਵੀ ਸੋਮ ਪ੍ਰਕਾਸ਼ ਜੀ ਜੋ ਮਰਜ਼ੀ ਕਰ ਲੈਣ ਜਿੱਤਣੇ ਨਹੀਂ। ਉਹ ਜਿੱਤ ਕੇ ਆਏ, ਗਲਾਂ 'ਚ ਹਾਰ ਪਏ ਤਾਂ ਢੋਲ ਵੱਜੇ ਫਗਵਾੜੇ ਦੇ ਵਿੱਚ। ਉਸ ਸਮੇਂ ਵੀ ਇਹ ਜਿਹੜੇ ਕਿ ਬਣੇ ਹਨਾ। ਉਦੋਂ ਬਾਅਦ 'ਚ ਫੇਰ ਕਹਿੰਦੇ ਸੀਗੇ ਵੀ ਜਿਹੜੀ ਹੁਣ ਐਮਪੀ ਦੀ ਚੋਣ ਆ, ਇੱਥੇ ਤਾਂ ਸੋਮ ਪ੍ਰਕਾਸ਼ ਨਹੀਂ ਲੱਭਣਾ ਹੈਗਾ, ਕਿਉਂਕਿ ਹਾਲਾਤ ਬਾਲੇ ਵਧੀਆ ਨਹੀਂ, ਕਾਂਗਰਸੀ ਸਰਕਾਰ ਆ। ਉੱਥੇ ਵੀ ਜਿੱਤੇ। ਹੁਣ ਦਾਅਵੇਦਾਰੀਆਂ ਦੀ ਜੇ ਗੱਲ ਕਰ ਲਈਏ, ਇੱਥੇ ਸਾਂਪਲਾ ਪਰਿਵਾਰ, ਸਾਂਪਲਾ ਜੀ ਵਿਜੇ ਸਾਂਪਲਾ ਇੱਕ ਬਹੁਤ ਵੱਡੇ ਲੀਡਰ ਹੈਗੇ ਆ, ਪੰਜਾਬ ਦੇ ਨਹੀਂ ਇੰਡੀਆ ਦੇ ਵੱਡੇ ਲੀਡਰ ਹੈਗੇ ਆ। ਉਹਨਾਂ ਦੇ ਪਰਿਵਾਰ 'ਚੋਂ ਵੀ ਚਰਚਾਵਾਂ ਚੱਲ ਰਹੀਆਂ ਵੀ ਕੋਈ ਆ ਸਕਦਾ। ਰਜੇਸ਼ ਬਾਘਾ ਜੀ ਵੀ ਆ ਸਕਦੇ ਹੈਗੇ ਆ। ਅਨੀਤਾ ਸੋਮ ਪ੍ਰਕਾਸ਼, ਜਿਹੜਾ ਅਨੀਤਾ ਸੋਮ ਪ੍ਰਕਾਸ਼ ਦਾ ਨਾਮ ਹੈਗਾ, ਇਹ ਇੱਕ ਬਹੁਤ ਵੱਡਾ ਨਾਮ ਹੈਗਾ। ਜਿਮਨੀ ਚੋਣ ਦੇ ਵਿੱਚ ਵੀ ਜਦੋਂ ਮੈਡਮ ਅਨੀਤਾ ਸੋਮ ਪ੍ਰਕਾਸ਼ ਦੀ ਗੱਲ ਚੱਲੀ ਸੀ ਵੀ ਅਨੀਤਾ ਸੋਮ ਪ੍ਰਕਾਸ਼ ਚੋਣ ਲੜ ਸਕਦੇ ਆ, ਤਾਂ ਇਦਾਂ ਕੰਪਨੀ ਜਿਹੀ ਹੁੰਦੀ ਸੀ ਵਿਰੋਧੀਆਂ ਨੂੰ, ਯਾਰ ਸਾਰੇ ਉਹ ਕਹਿੰਦੇ ਸੀ ਵੀ ਮੈਡਮ ਅਨੀਤਾ ਸੋਮ ਪ੍ਰਕਾਸ਼ ਨਾ ਆਉਣ, ਹੋਰ ਜਿਹੜਾ ਮਰਜ਼ੀ ਆਵੇ ਅਸੀਂ ਚੋਣ ਜਿੱਤ ਲਾਂਗੇ। ਹਾਲਾਂਕਿ ਸਰਕਾਰ ਕਾਂਗਰਸ ਦੀ ਸੀਗੀ, ਪਰ ਉਹਨਾਂ ਦੀ ਇੱਕ ਡਰ ਸੀ। ਡਰ ਕਿਉਂ ਸੀ? ਉਹਨਾਂ ਦੀ ਪਕੜ ਸੀ ਜਰਨੈਲ ਨੰਗਲ ਇੱਕ ਬ੍ਰਾਂਡ ਆ, ਚਾਹੇ ਬਸਪਾ ਦੇ ਵਿੱਚ ਚਾਹੇ ਲੋਕ ਇਨਸਾਫ ਪਾਰਟੀ ਦੇ ਵਿੱਚ। ਬਸਪਾ ਦੇ ਵਿੱਚ ਵੀ ਲੜੇ, ਲੋਕਾਂ ਲਈ ਲੜੇ। ਜੇਕਰ ਲੋਕ ਇਨਸਾਫ ਪਾਰਟੀ 'ਚ ਲੜੇ, ਲੋਕਾਂ ਲਈ ਲੜੇ। ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਪਿਛਲੀ ਵਾਰੀ ਐਡਾ ਰੌਲਾ ਪੈ ਗਿਆ ਸੀ ਵੀ ਇਦਾਂ ਹੀ ਵੀ 100 ਸੀਟਾਂ ਪੰਜਾਬ ਦੇ ਵਿੱਚ ਲੈ ਜਾਣੀਆਂ। ਚਲੋ ਉਹਨਾਂ ਦਾ ਬੜਾ ਵਧੀਆ ਅਸਰ ਰਿਹਾ ਸੀ, ਦੂਏ ਨੰਬਰ ਤੇ ਹੋ ਆਏ ਆ ਕਾਂਗਰਸ ਤੋਂ ਦੂਏ ਨੰਬਰ ਤੇ, ਪਰ ਫਗਵਾੜਾ ਵਿੱਚ ਨਹੀਂ ਸੀ ਉਹਨਾਂ ਦਾ ਜਾਦੂ ਚੱਲਿਆ। ਆਮ ਆਦਮੀ ਪਾਰਟੀ ਤਾਂ ਇਸ ਵੇਲੇ ਮਜ਼ਬੂਤੀ 'ਚ ਨਹੀਂ ਹੈਗੀ। ਚਲੋ ਲੜਾਈ ਲੜਨੀ ਆ, ਲੜਾਈ ਤਾਂ ਕੋਈ ਆਜ਼ਾਦ ਵੀ ਖੜ ਸਕਦਾ, ਕੋਈ ਵੀ ਖੜ ਸਕਦਾ। ਮੁਕਾਬਲਾ ਜਿਹੜਾ ਹੈਗਾ ਆ ਉਹ ਹੈਗਾ ਸ਼੍ਰੋਮਣੀ ਅਕਾਲੀ ਦਲ, ਬਸਪਾ, ਕਾਂਗਰਸ ਤੇ ਬੀਜੇਪੀ। ਤੇ ਰਾਣਾ ਗੁਰਜੀਤ ਸਿੰਘ ਦਾ ਵਿਰੋਧ ਵੀ ਹੋਇਆ ਸੀਗਾ,
ਉੱਥੇ ਬਲਵਿੰਦਰ ਸਿੰਘ ਢਾਲੀਵਾਲ ਨੇ ਵੱਡਾ ਵਿਰੋਧ ਕੀਤਾ ਸੀ, ਕਹਿੰਦੇ ਮੰਤਰੀ ਨਹੀਂ ਬਣਨੇ ਚਾਹੀਦੇ। ਉੱਥੇ ਵਿਰੋਧ ਕੀਤਾ ਸੀ ਸੁਖਪਾਲ ਸਿੰਘ ਖਹਿਰਾ ਨੇ, ਵਿਰੋਧ ਕੀਤਾ ਸੀ ਨਵਤੇਜ ਸਿੰਘ ਚੀਮਾ ਨੇ। ਇਹ ਤਿੰਨੇ ਕਹਿੰਦੇ ਵੀ ਜੇ ਇਹ ਬਣਨਗੇ ਤਾਂ ਨੁਕਸਾਨ ਹੋ ਜਾਊਗਾ ਦੁਆਬੇ ਦੇ ਵਿੱਚ। ਪਰ ਜੋਗਿੰਦਰ ਸਿੰਘ ਮਾਨ ਉਹ ਕਹਿੰਦੇ ਸੀ ਵੀ ਰਾਣਾ ਗੁਰਜੀਤ ਸਿੰਘ ਜੇ ਬਣ ਜਵੇ ਤਾਂ ਫਿਰ ਤਾਂ ਮੌਜਾਂ ਹੀ ਲੱਗ ਜਾਣਗੀਆਂ। ਇੱਕ ਪਾਸੇ ਤਾਂ ਆਪਾਂ ਦੇਖਾਂਗੇ ਜਿਹੜੇ ਸਿਟਿੰਗ ਐਮਐਲਏ ਬਲਵਿੰਦਰ ਸਿੰਘ ਢਾਲੀਵਾਲ ਟਿਕਟ ਕੱਟਣੀ ਬੜੀ ਔਖੀ ਆ। ਦੂਜੇ ਪਾਸੇ ਜੋਗਿੰਦਰ ਸਿੰਘ ਮਾਨ ਕਹਿੰਦੇ ਵੀ ਮੈਂ ਵੀ ਕਈ ਵਾਰੀ ਐਮਐਲਏ ਰਿਹਾ ਤੇ ਮੰਤਰੀ ਰਿਹਾ, ਇੱਕ ਵਾਰੀ ਤਾਂ ਖਤਾ ਖਾ ਲਈ, ਬਾਰ-ਬਾਰ ਨਹੀਂ ਖਾਣੀ। ਉਹਨਾਂ ਨੇ ਵੀ ਆਪਣੇ ਜਿਹੜੇ ਗੱਡੀ ਦੇ ਟਾਇਰਾਂ ਦੇ ਵਿੱਚ ਹਵਾ ਭਰਾਈ ਆ, ਰੋਜ਼ ਗੱਡੀ ਲਿਸ਼ਕਾਈ ਆ। ਡੀਜ਼ਲ ਦੀ ਜਿਹੜੀ ਕਿ 60 ਲੀਟਰ ਦੀ ਟੈਂਕੀ ਆ ਉਹ ਰੋਜ਼ ਹੀ ਭਰਾ ਕੇ ਖੜੀ ਕਰ ਲੈਂਦੀ, ਵੀ ਕਦੇ ਚੰਡੀਗੜ੍ਹ, ਕਦੇ ਇੱਧਰ ਤੇ ਕਦੇ ਕਪੂਰਥਲੇ ਤੇ ਕਦੇ ਕਿਤੇ, ਹਨਾ। ਉਹਨਾਂ ਨੇ ਵੀ ਕੋਈ ਵੱਡਾ ਲੀਡਰ ਨਹੀਂ ਛੱਡਿਆ, ਦਿੱਲੀ ਨੂੰ ਵੀ ਕਈ ਗੇੜੇ ਮਾਰਦੇ ਆ। ਸਤਿ ਸ਼੍ਰੀ ਅਕਾਲ ਜੀ, ਸਾਂਝ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਸੁੱਖਾ ਬਸ਼ਰ। ਦੋਸਤੋ, ਚੋਣਾਂ ਦਾ ਮਾਹੌਲ ਆ ਰਿਹਾ, 2022 ਦੀਆਂ ਚੋਣਾਂ ਆ ਰਹੀਆਂ ਨੇ ਔਰ ਚੋਣਾਂ ਨੂੰ ਲੈ ਕੇ ਲਗਾਤਾਰ ਜਿਹੜਾ ਸਿਆਸੀ ਪਾਰਟੀਆਂ ਦੇ ਵਿੱਚ ਗਰਮਾ ਗਰਮੀ ਦਾ ਮਾਹੌਲ ਬਣਿਆ ਹੈ। ਸੋ ਗੱਲ ਕਰਾਂਗੇ ਫਗਵਾੜਾ ਸ਼ਹਿਰ ਦੀ। ਫਗਵਾੜਾ ਸ਼ਹਿਰ ਦੇ ਵਿੱਚ ਸਿਆਸੀ ਪਾਰਟੀਆਂ ਦੇ ਕਿਹੋ ਜਿਹੇ ਇੰਤਜ਼ਾਮ ਨੇ, ਕਿਹੋ ਜਿਹੇ ਐਮਐਲਏ ਦੀਆਂ ਸੀਟਾਂ ਦੇ ਜਿਹੜੇ ਲਗਾਤਾਰ ਚਰਚੇ ਚੱਲ ਰਹੇ ਨੇ, ਇਹ ਸਾਰੀਆਂ ਜਾਣਕਾਰੀਆਂ ਲਈ ਅੱਜ ਆਪਾਂ ਬਹੁਤ ਵੱਡੇ ਵਿਸ਼ੇ ਤੇ ਗਰਾਊਂਡ ਲੈਵਲ ਦੀ ਗੱਲ ਕਰਾਂਗੇ, ਕਿਉਂਕਿ ਗਰਾਊਂਡ ਲੈਵਲ ਤੋਂ ਪਤਾ ਲੱਗ ਸਕਦਾ ਹੈ ਕਿ ਕਿਹੜੀ ਪਾਰਟੀ ਕਿੰਨੀ ਕੁ ਕਾਰਗੁਜ਼ਾਰੀ ਵਧੀਆ ਰਹੀ ਹੈ, ਜਿਹਦੇ ਨਾਲ ਕਿਸੇ ਪਾਰਟੀ ਨੂੰ ਕਿੰਨਾ ਕੁ ਜਿਹੜਾ ਬੈਨੀਫਿਟ ਮਿਲ ਸਕਦਾ ਜਾਂ ਕਿੰਨਾ ਕੁ ਨੁਕਸਾਨ ਹੋ ਸਕਦਾ ਹੈ। ਸੋ ਗੱਲ ਕਰਾਂਗੇ ਫਗਵਾੜਾ ਸ਼ਹਿਰ ਦੀ ਔਰ ਬਿਲਕੁਲ ਫਗਵਾੜਾ ਸ਼ਹਿਰ ਦੀ ਗਰਾਊਂਡ ਲੈਵਲ ਦੀ ਜਿਹੜੀ ਰਿਪੋਰਟ ਲੈ ਕੇ ਆਪਣੇ ਨਾਲ ਅੱਜ ਸਾਂਝ ਟੀਵੀ ਦੇ ਜਿਹੜੇ ਸੰਪਾਦਕ ਨੇ ਹਰਦੀਪ ਸਿੰਘ ਤੱਗੜ ਸਾਹਿਬ ਮੌਜੂਦ ਹੈ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਦਾਂ, ਠੀਕ ਹੋ ਜੀ? ਹਾਂਜੀ, ਬਹੁਤ ਵਧੀਆ। ਔਰ ਗੱਲ ਕਰਾਂਗੇ ਤੱਗੜ ਸਾਹਿਬ, ਕਿਉਂਕਿ ਗੱਲ ਚੱਲ ਰਹੀ ਆ ਇਸ ਵੇਲੇ ਚੋਣਾਂ ਦੀ ਔਰ ਆਪਣਾ ਜਿਹੜਾ ਪ੍ਰੋਗਰਾਮ ਹੈ ਉਹਦਾ ਨਾਮ ਹੈ ਜੀ ਚੋਣ ਦੰਗਲ। ਚੋਣ ਦੰਗਲ ਦੇ ਵਿੱਚ ਆਪਾਂ ਸਾਰੀਆਂ ਜਿਹੜੀਆਂ ਪਾਰਟੀਆਂ ਉਹਨਾਂ ਦੇ ਗਰਾਊਂਡ ਜ਼ੀਰੋ ਦੀ ਆਪਾਂ ਰਿਪੋਰਟ ਦਿਖਾ ਲੈਣ ਦੀ ਕੋਸ਼ਿਸ਼ ਕਰਾਂਗੇ। ਸੋ ਜਿਵੇਂ ਕਿ ਅੱਜ ਆਪਾਂ ਗੱਲ ਕਰਨੀ ਹੈ ਭਾਜੀ ਕਾਂਗਰਸ ਦੀ, ਅਕਾਲੀ ਦਲ ਦੀ, ਬੀਐਸਪੀ ਦੀ ਔਰ ਬੀਜੇਪੀ ਦੀ, ਨਾਲ ਜਿਹੜੀਆਂ ਹੋਰ ਵੀ ਸਿਆਸੀ ਪਾਰਟੀਆਂ ਨੇ ਜਿਨ੍ਹਾਂ ਦੇ ਵਿੱਚ ਆਮ ਆਦਮੀ ਪਾਰਟੀ ਹੈਗੀ ਆ ਜਾਂ ਲੋਕ ਇਨਸਾਫ ਪਾਰਟੀ ਹੈਗੀ ਆ। ਪਰ ਗੱਲ ਆਪਾਂ ਸ਼ੁਰੂ ਕਰਦੇ ਹਾਂ ਭਾਜੀ ਕਾਂਗਰਸ ਤੋਂ, ਕਿਉਂਕਿ ਗੱਲ ਫਗਵਾੜੇ ਦੀ ਹੋ ਰਹੀ ਹੈ। ਫਗਵਾੜੇ ਦੇ ਵਿੱਚ ਇਸ ਵੇਲੇ ਜਿਹੜੀ ਪਹਿਲਾਂ ਤਾਂ ਸਰਕਾਰ ਭਾਜੀ ਕਾਂਗਰਸ ਦੀ ਆ, ਕਾਂਗਰਸ ਦੀ ਸਰਕਾਰ ਦੇ ਨਾਲ ਨਾਲ ਜਿਹੜੇ ਇੱਥੇ ਦੇ ਵਿਧਾਇਕ ਨੇ ਉਹ ਵੀ ਬਿਲਕੁਲ ਬਲਵਿੰਦਰ ਸਿੰਘ ਧਾਰੀਵਾਲ, ਉਹ ਵੀ ਜਿਹੜੇ ਕਾਂਗਰਸ ਦੇ ਨੇ। ਸੋ ਗੱਲ ਕਰੀਏ ਭਾਜੀ ਫਗਵਾੜੇ ਦੀ, ਜਿਹੜੀ ਆਪਾਂ ਨੂੰ ਦੇਖਣ ਨੂੰ ਗੱਲ ਮਿਲੀ ਹੈ ਕਿ ਇੱਥੇ ਧੜੇਬਾਜ਼ੀ ਚੱਲ ਰਹੀ ਆ। ਧੜੇਬਾਜ਼ੀ ਦੇ ਵਿੱਚ 2-3 ਜਿਹੜੇ ਕੈਂਡੀਡੇਟ ਆ, ਮੈਨੂੰ ਲੱਗਦਾ ਕਿ ਆਪਣੀ ਦਾਅਵੇਦਾਰੀ ਠੋਕ ਰਹੇ ਇਸ ਵੇਲੇ ਐਮਐਲਏ ਦੀ ਸੀਟ ਤੇ। ਆਪਾਂ ਗੱਲ ਕਰਦੇ ਹਾਂ ਭਾਜੀ, ਤੁਸੀਂ ਜਿਹੜਾ ਪਹਿਲਾਂ ਚਾਨਣਾ ਪਾਉਣ ਦੀ ਕੋਸ਼ਿਸ਼ ਕਰੋ ਵੀ ਕਾਂਗਰਸ ਦੀ ਸਥਿਤੀ ਕੀ ਹੈ ਇਸ ਵੇਲੇ ਫਗਵਾੜੇ ਦੇ ਵਿੱਚ। ਸੋ ਬਾਕੀ ਇਸ ਵੇਲੇ ਵੈਸੇ ਤਾਂ ਪੂਰੇ ਪੰਜਾਬ ਦੇ ਵਿੱਚ ਸਿਆਸੀ ਮਾਹੌਲ ਪੂਰਾ ਹੈ ਤੱਤਾ ਹੋ ਚੁੱਕਾ ਆ। ਸਾਰੇ ਹੀ ਜਿਹੜੀਆਂ ਪਾਰਟੀਆਂ ਪੂਰੀਆਂ ਜ਼ੋਰਾਂ ਦੇ ਨਾਲ ਪਿੰਡਾਂ ਦੇ ਵਿੱਚ ਜਾ ਰਹੇ ਆ, ਮੁਹੱਲਿਆਂ ਦੇ ਵਿੱਚ ਜਾ ਰਹੇ ਆ, ਸ਼ਹਿਰਾਂ ਦੇ ਵਿੱਚ ਜਾ ਰਹੇ ਆ। ਸਾਰੇ ਚਾਹੁੰਦੇ ਆ ਵੀ ਅਸੀਂ 2022 ਦੀ ਚੋਣ ਜਿੱਤ ਲਈਏ, ਕਿਉਂਕਿ ਚੋਣਾਂ ਤਾਂ ਅੱਗੇ ਹੁੰਦੀਆਂ ਹੀ ਰਹੀਆਂ ਹੈਗੀਆਂ। ਜਿਹੜੀਆਂ 2022 ਦੀ ਚੋਣ ਆ ਨਾ, ਇਹ ਇੱਕ ਵੱਖਰੀ ਚੋਣ ਤੁਹਾਨੂੰ ਮਿਲਣੀ ਹੈ, ਕਿਉਂਕਿ ਇਸ ਵਿੱਚ ਸਾਰੀਆਂ ਹੀ ਪਾਰਟੀਆਂ ਜ਼ੋਰ ਤਾਂ ਲਾ ਰਹੀਆਂ। ਉਹਦੇ ਵਿੱਚ ਕਿਸਾਨੀ ਅੰਦੋਲਨ ਦਾ ਵੀ ਵੱਡਾ ਯੋਗਦਾਨ ਪੈਣਾ ਹੈਗਾ। ਗੱਲ ਆਪਾਂ ਹੁਣ ਕਰਾਂਗੇ ਫਗਵਾੜੇ ਹਲਕੇ ਦੀ। ਫਗਵਾੜਾ ਹਲਕਾ ਤੋਂ ਤੁਸੀਂ ਜਿਵੇਂ ਸਵਾਲ ਕੀਤਾ ਵੀ ਗੱਲਾਂ ਤਾਂ ਆਪਾਂ ਸਾਰੀਆਂ ਕਰਾਂਗੇ, ਭਾਜਪਾ ਦੀ ਵੀ ਗੱਲ ਕਰਨੀ ਆ, ਸ਼੍ਰੋਮਣੀ ਅਕਾਲੀ ਦਲ ਬਸਪਾ ਦੀ ਗੱਲ ਕਰਨੀ ਆ, ਲੋਕ ਇਨਸਾਫ ਪਾਰਟੀ ਦੀ ਵੀ ਗੱਲ ਕਰਨੀ ਆ। ਪਰ ਪਹਿਲਾ ਸਵਾਲ ਤੁਹਾਡਾ ਸੀਗਾ ਕਾਂਗਰਸ ਦਾ। ਕਾਂਗਰਸ ਪਾਰਟੀ ਦੀ ਜੇ ਆਪਾਂ ਗੱਲ ਕਰੀਏ ਤਾਂ ਕਾਂਗਰਸ ਪਾਰਟੀ ਦਾ ਤਾਂ ਇਸ ਵੇਲੇ ਬਹੁਤ ਵੱਡੇ ਪੱਧਰ ਤੇ ਆਪਸ ਵਿੱਚ ਹੀ ਝਗੜਾ ਚੱਲ ਰਿਹਾ, ਆਪਸ ਵਿੱਚ ਹੀ ਲੜਾਈ ਵੱਧ ਰਹੀ ਆ। ਜੇਕਰ ਆਪਾਂ ਦਾਅਵੇਦਾਰ ਦੀ ਗੱਲ ਕਰੀਏ ਤਾਂ ਇਸ ਵੇਲੇ ਪਹਿਲੀ ਗੱਲ ਤਾਂ ਇਹ ਆ ਵੀ ਜਿਹੜੇ ਸਿਟਿੰਗ ਐਮਐਲਏ ਆ ਬਲਵਿੰਦਰ ਸਿੰਘ ਢਾਲੀਵਾਲ, ਉਹ ਕਾਂਗਰਸ ਪਾਰਟੀ ਦੇ ਐਮਐਲਏ ਹੈਗੇ ਆ। ਦੂਜੇ ਪਾਸੇ ਜਿਹੜੇ ਫਗਵਾੜਾ ਦੇ ਸਾਬਕਾ ਮੰਤਰੀ ਹੈਗੇ ਆ, ਪੰਜਾਬ ਐਗਰੋ ਫੂਡ ਦੇ ਚੇਅਰਮੈਨ ਹੈਗੇ ਆ ਸਰਦਾਰ ਜੋਗਿੰਦਰ ਸਿੰਘ ਮਾਨ, ਉਹ ਲਾਈਨ ਦੇ ਵਿੱਚ ਲੱਗੇ। ਤੀਜਾ ਹੁਣ ਜਿਹੜਾ ਕਿ ਕਾਫੀ ਸਮਾਂ ਗੈਰ ਹਾਜ਼ਰ ਰਹੇ ਆ ਹਲਕਾ ਫਗਵਾੜਾ ਤੋਂ ਮੈਡਮ ਬਲਵੀਰ ਰਾਣੀ ਸੋਢੀ, ਉਹ ਵੀ ਚਰਚਾ ਸੁਣ ਰਹੇ ਹੋ ਵੀ ਉਹ ਵੀ ਦਾਅਵਾ ਕਰ ਰਿਹਾ ਵੀ ਆਪਾਂ ਇਲੈਕਸ਼ਨ ਲੜਨੀਆਂ। ਤੇ ਇੱਕ ਕੈਂਡੀਡੇਟ ਦੀ ਹੋਰ ਚਰਚਾ ਚੱਲ ਗਈ ਆ ਵੀ ਉਹ ਵੀ ਜਿਹੜਾ ਕਿ ਫਗਵਾੜਾ ਦੇ ਵਿੱਚ ਕੋਠੀ ਲੈਣ ਨੂੰ ਫਿਰਦੇ ਆ, ਬਾਹਰੋਂ ਉਮੀਦਵਾਰ ਆ ਕੇ ਵੀ ਚੋਣ ਲੜ ਸਕਦਾ ਹੈਗਾ ਆ। ਭਾਜੀ ਕਿਤੇ ਨਾ ਕਿਤੇ ਆਪਾਂ ਨੂੰ ਲੱਗਦਾ ਵੀ ਇਸ ਵੇਲੇ ਜਿਹੜਾ ਐਮਐਲਏ ਤਾਂ ਬਲਵਿੰਦਰ ਸਿੰਘ ਧਾਲੀਵਾਲ ਹੈਗੇ ਨੇ ਔਰ ਜਿਹੜੇ ਜੋਗਿੰਦਰ ਸਿੰਘ ਮਾਨ ਨੇ ਸਾਬਕਾ ਇੱਥੇ ਪਹਿਲਾਂ ਲੀਡਰ ਰਹੇ ਨੇ, ਆਪਾਂ ਉਹਨਾਂ ਦੀ ਗੱਲ ਕਰਦੇ ਹਾਂ ਵੀ ਕੀ ਲੱਗਦਾ, ਮੇਰੇ ਖਿਆਲ ਦੇ ਵਿੱਚ ਉਹਨਾਂ ਦੀ ਜਿਹੜੀ ਸਥਿਤੀ ਆ ਕਾਫੀ ਮਜ਼ਬੂਤ ਹੈਗੀ ਆ ਇਸ ਵੇਲੇ। ਕੀ ਲੱਗਦਾ ਭਾਜੀ ਵੀ ਇਹ ਦੋ ਹੀ ਦਾਅਵੇਦਾਰ ਨੇ ਜਾਂ ਜਿਹੜਾ ਤੁਸੀਂ ਤੀਸਰਾ ਨਾਮ ਲਿਆ ਉਹ ਵੀ ਕਿਤੇ ਨਾ ਕਿਤੇ ਜਿਹੜਾ ਇਹਨਾਂ ਦੇ ਬਰਾਬਰ ਖੜਦੇ ਨੇ? ਸੋ ਬਾਕੀ ਜੇਕਰ ਆਪਾਂ ਫਗਵਾੜਾ ਦੇ ਉਮੀਦਵਾਰ ਦੀ ਗੱਲ ਕਰ ਲਈਏ ਵੀ ਕਿਹੜੇ ਕਿਹੜੇ ਦੌੜ ਦੇ ਵਿੱਚ ਹੈਗੇ ਆ, ਸਭ ਤੋਂ ਪਹਿਲਾਂ ਤਾਂ ਆਪਾਂ ਇਹੀ ਗੱਲ ਕਰਾਂਗੇ ਜਿਹੜੇ ਫਗਵਾੜਾ ਦੇ ਸਿਟਿੰਗ ਐਮਐਲਏ ਹੈਗੇ ਆ ਬਲਵਿੰਦਰ ਸਿੰਘ ਧਾਲੀਵਾਲ। ਉਹ ਇੱਕ ਸ਼ਾਂਤ ਸੁਭਾਅ ਦੇ ਜਾਣੇ ਜਾਂਦੇ, ਕਹਿੰਦੇ ਵੀ ਉਹਨਾਂ ਦਾ ਕੰਮ ਕਰਨ ਦਾ ਤਰੀਕਾ ਬਹੁਤ ਆ, ਜਿਹੜੀ ਮਰਜ਼ੀ ਪਾਰਟੀ ਦਾ ਬੰਦਾ ਚੱਲ ਜਾਵੇ ਉਹਨਾਂ ਦਾ ਕਹਿੰਦੇ ਕੰਮ ਕਰ ਦਿੰਦੇ ਹੈਗੇ ਆ। ਪਰ ਇਹ ਵੀ ਲੱਗਾ ਸੀ ਜਦੋਂ ਉਹ ਵੱਡੀ ਲੀਡ ਹਾਸਲ ਕੀਤੀ ਸੀ ਤਾਂ ਉਸ ਵੇਲੇ ਇਹ ਲੱਗਦਾ ਸੀ ਵੀ ਹੁਣ ਫਗਵਾੜਾ ਦੇ ਵਿੱਚ ਧੜੇਬੰਦੀਆਂ ਖਤਮ ਹੋ ਜਾਊਗੀਆਂ ਤੇ ਪੱਕਾ ਕਬਜ਼ਾ ਜਿਹੜਾ ਹੈਗਾ ਆ ਨਾ ਉਹ ਬਲਵਿੰਦਰ ਸਿੰਘ ਧਾਲੀਵਾਲ ਦਾ ਹੋਊਗਾ। ਚਾਹੇ ਜਿੰਨੀਆਂ ਵੀ ਚੋਣਾਂ ਲੜੇ ਬਲਵਿੰਦਰ ਸਿੰਘ ਧਾਲੀਵਾਲ ਹੀ ਚੋਣ ਲੜੂਗਾ। ਜਿਵੇਂ ਵੱਖ-ਵੱਖ ਹਲਕਿਆਂ 'ਚ ਦੇਖੀਦਾ ਵੀ ਇੱਕੋ ਐਮਐਲਏ ਵਾਰ-ਵਾਰ ਲੜਦਾ, ਚਾਹੇ ਹਾਰ ਜੋ ਜਿੱਤ ਜੋ ਨਾ, ਪਰ ਟਿਕਟ ਉਹ ਹਾਸਲ ਕਰ ਲੈਂਦਾ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਉਹਨਾਂ ਦੀ ਗੁੱਡ ਬੁੱਕ ਦੇ ਵਿੱਚ ਵੀ ਜਾਣੇ ਜਾਂਦੇ ਸੀਗੇ ਬਲਵਿੰਦਰ ਸਿੰਘ ਧਾਲੀਵਾਲ, ਉਹਨਾਂ ਦੇ ਕਾਫੀ ਨਜ਼ਦੀਕੀ ਸੀਗੇ। ਨਜ਼ਦੀਕੀ ਨਾ ਹੁੰਦੇ ਤਾਂ ਜਿਹੜੇ ਸਾਬਕਾ ਮੰਤਰੀ ਹੈਗੇ ਆ ਜੋਗਿੰਦਰ ਸਿੰਘ ਮਾਨ,
ਉਹਨਾਂ ਦੀ ਟਿਕਟ ਨਹੀਂ ਕੱਟ ਹੋਣੀ ਸੀਗੀ, ਕਿਉਂਕਿ ਉਹ ਵੀ ਇੱਕ ਵੱਡਾ ਚਿਹਰਾ ਆ, ਕਾਫੀ ਪਕੜਿਆ ਹਨਾ ਉਹਨਾਂ ਦਾ, ਅੱਜ ਵੀ ਕਾਫੀ ਗਰੋ ਉਹਨਾਂ ਨੇ ਕੀਤਾ ਹੈਗਾ। ਜੇ ਜੋਗਿੰਦਰ ਸਿੰਘ ਮਾਨ ਉਹਨਾਂ ਦੀ ਟਿਕਟ ਕੱਟ ਹੋਈ ਆ ਤੇ ਕੈਪਟਨ ਅਮਰਿੰਦਰ ਸਿੰਘ ਦੀ ਨਜ਼ਦੀਕੀ ਕਰਕੇ ਬਲਵਿੰਦਰ ਸਿੰਘ ਧਾਲੀਵਾਲ ਨੂੰ ਟਿਕਟ ਮਿਲੀ ਸੀ। ਉਸ ਤੋਂ ਬਾਅਦ ਸਮਾਂ ਬਦਲਿਆ, ਕੈਪਟਨ ਅਮਰਿੰਦਰ ਸਿੰਘ ਨਹੀਂ ਰਹੇ, ਸਾਬਕਾ ਮੁੱਖ ਮੰਤਰੀ ਹੋ ਗਏ, ਮੌਜੂਦਾ ਨਹੀਂ ਰਹੇ, ਤਾਂ ਉਸ ਤੋਂ ਬਾਅਦ ਇਦਾਂ ਦੀ ਹਵਾ ਚੱਲੀ ਸੀ, ਇਹ ਚੱਲਣ ਲੱਗ ਪਿਆ ਸੀ ਇਕੱਲੇ ਹਲਕੇ ਫਗਵਾੜੇ ਦੀ ਨਹੀਂ, ਵੀ ਜਿੰਨੇ ਵੀ ਕੈਪਟਨ ਅਮਰਿੰਦਰ ਸਿੰਘ ਦੇ ਨਜ਼ਦੀਕੀ ਹੈਗੇ ਆ, ਚਾਹੇ ਕੋਈ ਐਮਐਲਏ ਆ, ਚਾਹੇ ਕੋਈ ਚੇਅਰਮੈਨ ਆ, ਚਾਹੇ ਕੋਈ ਮੇਅਰ ਹੈਗਾ, ਉਹਨਾਂ ਨੂੰ ਸਾਰਿਆਂ ਨੂੰ ਨਵਜੋਤ ਸਿੰਘ ਸਿੱਧੂ ਦੇ ਚੰਨੀ ਹੋਣਾ ਨੇ ਖੁੱਡੇ ਲਾਉਣਾ ਸ਼ੁਰੂ ਕਰ ਦਿੱਤਾ ਸੀ। ਇਦਾਂ ਲੱਗਣ ਲੱਗ ਪਿਆ ਸੀ ਵੀ ਹੁਣ ਬਲਵਿੰਦਰ ਸਿੰਘ ਧਾਲੀਵਾਲ ਨੂੰ ਟਿਕਟ ਨਹੀਂ ਮਿਲਣੀ, ਬੰਦਾ ਨਵਾਂ ਆ ਜਾਣਾ। ਪਰ ਉਸ ਤੋਂ ਬਾਅਦ ਕੁਝ ਸਮਾਂ ਬੀਤਿਆ ਤੇ ਇਹ ਵੀ ਜਿਹੜੀ ਚਰਚਾ ਸੀਗੀ ਪੁੱਠੀ ਪੈਣੀ ਸ਼ੁਰੂ ਹੋ ਗਈ ਤੇ ਬਲਵਿੰਦਰ ਸਿੰਘ ਧਾਲੀਵਾਲ ਨੂੰ ਸੀਐਮ ਚੰਨੀ ਦੇ ਨਾਲ ਵੀ ਦੇਖਣ ਨੂੰ ਮਿਲਿਆ, ਕਾਫੀ ਉਹਨਾਂ ਦੀਆਂ ਫੋਟੋਆਂ ਦੇਖੀਆਂ, ਜਿੰਨੇ ਫੰਕਸ਼ਨਾਂ ਵਿੱਚ ਗਏ, ਤਾਂ ਹੁਣ ਉਹ ਆਪਣਾ ਕਾਫੀ ਕਵਰ ਕਰ ਰਹੇ ਆ ਸੀਗੇ। ਮਤਲਬ ਦੇਖਣ ਦੀ ਗੱਲ ਕਰੀਏ ਤਾਂ ਕਿਤੇ ਨਾ ਕਿਤੇ ਜਿਹੜੀਆਂ ਉਹ ਆਮ ਮੀਟਿੰਗਾਂ ਦੇ ਵਿੱਚ ਵੀ ਚੰਨੀ ਹੋਣਾ ਦੇ ਨਾਲ ਨਜ਼ਰ ਆ ਰਹੇ ਸੀ। ਕੈਪਟਨ ਅਮਰਿੰਦਰ ਸਿੰਘ ਦੇ ਨਾਲ ਜਿਹੜੀ ਉਹਨਾਂ ਨੂੰ ਸੀਗਾ ਵੀ ਕਿਤੇ ਲਾਸ ਨਾ ਹੋਵੇ ਉਹਦਾ ਨਜ਼ਦੀਕੀ ਕਰਕੇ, ਪਰ ਉਹਨਾਂ ਨੇ ਕਵਰ ਕੀਤਾ। ਹੁਣ ਪੂਰੇ ਪਿੰਡਾਂ ਦੇ ਵਿੱਚ, ਪੂਰੇ ਸ਼ਹਿਰਾਂ ਦੇ ਵਿੱਚ ਕਿਤੇ ਉਹ ਚੈੱਕ ਵੰਡ ਰਹੇ ਆ, ਕਿਤੇ ਗ੍ਰਾਂਟਾਂ ਦੇ ਰਹੇ ਆ, ਕਿਤੇ ਉਹ ਪੰਚਾਇਤਾਂ ਦੀ ਸੁਣਵਾਈ ਸੁਣ ਰਹੇ ਆ। ਉਹ ਇਸ ਵੇਲੇ ਆਪਣੀ ਜਿਹੜੀ ਕਿ ਮਜ਼ਬੂਤੀ ਬਣਾ ਰਹੇ ਹੈਗੇ ਆ। ਦੂਜੇ ਪਾਸੇ ਹੁਣ ਆਪਾਂ ਕਰ ਲਈਏ ਸਰਦਾਰ ਜੋਗਿੰਦਰ ਸਿੰਘ ਮਾਨ ਦੀ ਗੱਲ, ਉਹ ਵੀ ਕਹਿੰਦੇ ਵੀ ਹੁਣ ਬਾਰ-ਬਾਰ ਨਹੀਂ, ਵੀ ਇੱਕ ਵਾਰੀ ਤਾਂ ਧੋਖਾ ਮਿਲ ਗਿਆ ਜਿਮਨੀ ਚੋਣਾਂ ਦੇ ਵਿੱਚ ਹਨਾ, ਵੀ ਹੁਣ ਨਹੀਂ ਧੋਖਾ ਖਾਣਾ। ਉਹਨਾਂ ਨੇ ਵੀ ਆਪਣੇ ਜਿਹੜੇ ਗੱਡੀ ਦੇ ਟਾਇਰਾਂ ਦੇ ਵਿੱਚ ਹਵਾ ਭਰਾਈ ਆ, ਰੋਜ਼ ਗੱਡੀ ਰਿਸ਼ਕਾਈ ਆ, ਡੀਜ਼ਲ ਦੀ ਜਿਹੜੀ ਕਿ 60 ਲੀਟਰ ਦੀ ਟੈਂਕੀ ਆ ਉਹ ਰੋਜ਼ ਹੀ ਭਰਾ ਕੇ ਖੜੀ ਕਰ ਲੈਂਦੀ, ਵੀ ਕਦੇ ਚੰਡੀਗੜ੍ਹ, ਕਦੇ ਇੱਧਰ ਤੇ ਕਦੇ ਕਪੂਰਥਲੇ ਤੇ ਕਦੇ ਕਿਤੇ ਹਨਾ। ਉਹਨਾਂ ਨੇ ਵੀ ਕੋਈ ਵੱਡਾ ਲੀਡਰ ਨਹੀਂ ਛੱਡਿਆ, ਦਿੱਲੀ ਨੂੰ ਵੀ ਕਈ ਗੇੜੇ ਮਾਰਦੇ ਆ। ਉਹ ਕਹਿੰਦੇ ਵੀ ਹੁਣ ਤਾਂ ਚਾਹੇ ਜੋ ਹੁੰਦਾ ਹੋ ਜਾਵੇ, ਇਸ ਵਾਰ ਮੈਂ ਦਾਅਵੇਦਾਰੀ ਕੀਤੀ, ਮੈਂ ਲੜਾਈ ਲੜਨੀ ਆ, ਕਿਉਂਕਿ ਉਹਨਾਂ ਦੀ ਟੀਮ ਦੇ ਵਿੱਚ ਦਲਜੀਤ ਰਾਜੂ ਹੁਣੀ ਹੈਗੇ ਜਾਂ ਹੋਰ ਹੈਗੇ ਆ। ਵੱਡੀ ਗੱਲ ਇਹ ਆ, ਜਦੋਂ ਜਿਮਨੀ ਚੋਣ ਹੋਈ ਬਲਵਿੰਦਰ ਸਿੰਘ ਧਾਲੀਵਾਲ ਐਮਐਲਏ ਬਣ ਗਏ, ਸਾਰਾ ਹੀ ਧੜਾ ਜਿੱਦਾਂ ਨਾ ਇਦਾਂ ਢਲਾਣ ਹੁੰਦੀ, ਪਾਣੀ ਢਲਦਾ ਥੱਲੇ ਨੂੰ ਜਾਂਦਾ ਸਾਰੇ ਬਲਵਿੰਦਰ ਸਿੰਘ ਧਾਲੀਵਾਲ ਦੀ ਕੋਠੀ ਜਾ ਕੇ ਬੈਠ ਗਏ ਸੀ ਵੀ ਐਮਐਲਏ ਸਾਹਿਬ ਜਿੱਦਾਂ ਤੁਸੀਂ ਕਹੋਗੇ ਉਦਾਂ ਚੱਲਾਂਗੇ। ਪਰ ਦਲਜੀਤ ਰਾਜੂ ਇੱਕ ਰਹਿ ਗਿਆ ਸੀ, ਦਲਜੀਤ ਰਾਜੂ ਰਹਿ ਗਿਆ ਸੀ, ਸਰਦਾਰ ਅਵਤਾਰ ਸਿੰਘ ਪੰਡਵਾ ਜਿਹੜੇ ਸਾਬਕਾ ਸਰਪੰਚ ਆ ਉਹ ਰਹਿ ਗਏ ਸੀ। ਇਹ ਦੋ ਤਿੰਨ ਕੁ ਬੰਦਿਆਂ ਨੇ ਇਦਾਂ ਗੇਮ ਬਣਾਈ, ਹੌਲੀ ਇਹ ਇੱਕ ਜਿਹੜੇ ਦੋ ਤਿੰਨ ਬੰਦੇ ਸੀ ਹੌਲੀ 20 25 30 ਹੁਣ ਇੱਕ ਧੜਾ ਬਣਾ ਲਿਆ ਨਾ ਇਹਨਾਂ ਦੋਨਾਂ ਦੀ। ਹਾਂਜੀ, ਗਰੁੱਪ ਬਣ ਗਿਆ। ਉਸ ਤੋਂ ਬਾਅਦ ਹੁਣੇ ਜਿਹੜਾ ਪਿਛਲੇ ਹਜੇ ਕੁਝ ਮਹੀਨੇ ਪਹਿਲਾਂ ਦੀ ਗੱਲ ਆ, ਕੁਝ ਦਿਨਾਂ ਦੀ ਗੱਲ ਆ, ਜਦੋਂ ਸੀਐਮ ਬਣੇ ਚੰਨੀ ਸਾਹਿਬ ਤੇ ਰਾਣਾ ਗੁਰਜੀਤ ਸਿੰਘ ਦਾ ਵਿਰੋਧ ਵੀ ਹੋਇਆ ਸੀਗਾ। ਉੱਥੇ ਬਲਵਿੰਦਰ ਸਿੰਘ ਧਾਲੀਵਾਲ ਨੇ ਵੱਡਾ ਵਿਰੋਧ ਕੀਤਾ ਸੀ, ਕਹਿੰਦੇ ਮੰਤਰੀ ਨਹੀਂ ਬਣਨੇ ਚਾਹੀਦੇ। ਉੱਥੇ ਵਿਰੋਧ ਕੀਤਾ ਸੀ ਸੁਖਪਾਲ ਸਿੰਘ ਖਹਿਰਾ ਨੇ, ਵਿਰੋਧ ਕੀਤਾ ਸੀ ਨਵਤੇਜ ਸਿੰਘ ਚੀਮਾ ਨੇ। ਇਹ ਤਿੰਨੇ ਕਹਿੰਦੇ ਵੀ ਜੇ ਇਹ ਬਣਨਗੇ ਤਾਂ ਨੁਕਸਾਨ ਹੋ ਜਾਊਗਾ ਦੁਆਬੇ ਦੇ ਵਿੱਚ। ਪਰ ਜੋਗਿੰਦਰ ਸਿੰਘ ਮਾਨ ਉਹ ਕਹਿੰਦੇ ਸੀ ਵੀ ਰਾਣਾ ਗੁਰਜੀਤ ਸਿੰਘ ਜੇ ਬਣ ਜਵੇ ਤਾਂ ਫੇਰ ਤਾਂ ਮੌਜਾਂ ਹੀ ਲੱਗ ਜਾਣਗੀਆਂ। ਉਸ ਕਰਕੇ ਹੁਣ ਇਹਨਾਂ ਨੂੰ ਰਾਣਾ ਗੁਰਜੀਤ ਸਿੰਘ ਦਾ ਬੜਾ ਸਾਥ ਮਿਲ ਰਿਹਾ ਆ। ਉੱਤੋਂ ਇਹਨਾਂ ਦੇ ਪੁਰਾਣੇ ਜਿਹੜੇ ਡਿਪਟੀ ਸੀਐਮ ਹੈਗੇ ਆ ਰੰਧਾਵਾ ਸਾਹਿਬ, ਹੋਰ ਪੁਰਾਣੇ ਲਿੰਕ ਤਾਂ ਹੁੰਦੇ ਨਾ ਲੀਡਰ ਦੇ, ਇਹ ਵੀ ਆਪਣੀ ਪੂਰੀ ਪਕੜ ਲਾ ਰਹੇ ਆ। ਇਹਨਾਂ ਦਾ ਬੇਟਾ ਹਰਜੀ ਮਾਨ ਆ, ਰੋਜ਼ ਵੱਡੇ ਲੀਡਰਾਂ ਨਾਲ ਮੁਲਾਕਾਤ ਕਰ ਰਹੇ ਆ। ਸੋ ਇਸ ਵੇਲੇ ਪੂਰੀ ਘਾਟ ਜੇ ਟੱਕਰਿਆ, ਯਾਨੀ ਕਿ ਕੋਈ ਵੀ ਕਿਸੇ ਤੋਂ ਘੱਟ ਨਹੀਂ, ਕੁੰਡੀਆਂ ਦੇ ਸਿੰਘ ਫਸੇ ਆ। ਬਲਵਿੰਦਰ ਸਿੰਘ ਧਾਲੀਵਾਲ 1 ਇੰਚ ਨਹੀਂ ਪਿੱਛੇ, ਜੋਗਿੰਦਰ ਸਿੰਘ ਮਾਨ 1 ਇੰਚ ਨਹੀਂ ਪਿੱਛੇ। ਉਹ ਕਹਿੰਦੇ ਚਾਹੇ ਜੋ ਮਰਜ਼ੀ ਹੋ ਜਾਵੇ, ਇਹਨਾਂ ਦੋਹਾਂ ਸਾਨਾਂ ਦੀ ਆਪਸ ਵਿੱਚ ਲੜਾਈ ਆ। ਇਹਨਾਂ ਦੋਹਾਂ ਵਿੱਚੋਂ ਕੋਈ ਵੀ ਜਿਹੜਾ ਟਿਕਟ ਲੈ ਕੇ ਜਾ ਸਕਦਾ ਆ। ਇੱਕ ਪਾਸੇ ਤਾਂ ਆਪਾਂ ਦੇਖਾਂਗੇ ਜਿਹੜੇ ਸਿਟਿੰਗ ਐਮਐਲਏ ਬਲਵਿੰਦਰ ਸਿੰਘ ਧਾਲੀਵਾਲ, ਟਿਕਟ ਕੱਟਣੀ ਬੜੀ ਔਖੀ ਆ। ਦੂਜੇ ਪਾਸੇ ਜੋਗਿੰਦਰ ਸਿੰਘ ਮਾਨ ਕਹਿੰਦੇ ਵੀ ਮੈਂ ਵੀ ਕਈ ਵਾਰੀ ਐਮਐਲਏ ਰਿਹਾ ਤੇ ਮੰਤਰੀ ਰਿਹਾ, ਇੱਕ ਵਾਰੀ ਤਾਂ ਖਤਾ ਖਾ ਲਈ, ਬਾਰ-ਬਾਰ ਨਹੀਂ ਖਾਣੀ। ਸੋ ਹੁਣ ਇਹ ਦੇਖਣਾ ਵੀ ਦੋਹਾਂ ਦੇ ਵਿੱਚੋਂ ਕੌਣ ਜਿਹੜਾ ਕਿ ਟਿਕਟ ਲੈ ਕੇ ਜਾ ਸਕਦਾ। ਸਰ ਤੁਸੀਂ ਗੱਲ ਕਰਤੀ ਇੱਥੇ ਆਪਣੇ ਜੋਗਿੰਦਰ ਸਿੰਘ ਮਾਨ ਜਾਂ ਫਿਰ ਧਾਲੀਵਾਲ ਸਾਹਿਬ ਦੀ ਗੱਲ ਹੋ ਗਈ, ਪਰ ਤੁਸੀਂ ਜਦੋਂ ਆਪਾਂ ਗੱਲ ਕੀਤੀ ਸੀ ਕਾਂਗਰਸ ਦੀ, ਉਹਦੇ ਵਿੱਚ ਇੱਕ ਨਾਮ ਹੋਰ ਮੈਂਸ਼ਨ ਹੋਇਆ ਸੀ, ਤੀਜਾ ਨਾਮ, ਜਿਹੜੇ ਕਿ ਟਿਕਟ ਦੀ ਦਾਅਵੇਦਾਰੀ ਰੱਖਦੇ ਆ, ਉਹ ਨਾਮ ਕਿੱਥੇ ਗਿਆ ਜੀ ਫਿਰ? ਹਾਂਜੀ, ਉਹ ਨਾਮ ਦੀ ਗੱਲ ਕਰਦਾ ਸੀਗੇ, ਮੈਂ ਨਾਂ ਲਿਆ ਸੀ ਮੈਡਮ ਬਲਵੀਰ ਰਾਣੀ ਸੋਢੀ ਦਾ। ਮੈਡਮ ਬਲਵੀਰ ਰਾਣੀ ਸੋਢੀ ਹੁਣੀ ਪਿੱਛੇ ਵੀ ਦਾਅਵਾ ਕੀਤਾ ਸੀ ਜਿਮਨੀ ਚੋਣ ਦੇ ਵਿੱਚ ਵੀ, ਉਹਨਾਂ ਨੇ ਵੀ ਟਾਇਰਾਂ ਦੀਆਂ ਗੁੱਟੀਆਂ ਉਡਾਤੀਆਂ ਸੀ, ਏਡੀ ਗੱਡੀ ਇਨੋਵਾ ਘਮਾਈ ਸਾਰੇ ਪਾਸੇ। ਪਰ ਜਦੋਂ ਉਹਨਾਂ ਨੂੰ ਲੱਗਾ ਵੀ ਹੁਣ ਟਿਕਟ ਨਹੀਂ ਮਿਲਣੀ ਹੈਗੀ, ਉਸ ਤੋਂ ਮਗਰੋਂ ਉਹ ਜਿਹੜਾ ਕਿ ਅਮਰੀਕਾ ਨੂੰ ਚਲ ਗਏ ਸੀਗੇ। ਉਹ ਜ਼ਿਲ੍ਹਾ ਪ੍ਰਧਾਨ ਸੀਗੇ। ਲੀਡਰ ਹਮੇਸ਼ਾ ਹੀ ਲੋਕਾਂ ਦੇ ਦਿਲਾਂ 'ਚ ਉਹ ਰਾਜ ਕਰਦਾ ਜਿਹੜਾ ਦੁੱਖ ਸੁੱਖ ਰਾਤ ਦਿਨ ਲੋਕਾਂ ਨਾਲ ਦਰੀ 'ਤੇ ਬਹਿ ਜਾਵੇ, ਲੋਕਾਂ ਨਾਲ ਸੋਫੇ 'ਤੇ ਬਹਿ ਜਾਵੇ, ਲੋਕਾਂ 'ਚ ਰਾਜ ਕਰੇ ਹੈ ਨਾ, ਧੜੇਬੰਦੀ ਹੋਵੇ, ਪਿੰਡਾਂ ਦੀਆਂ ਪੰਚਾਇਤਾਂ 'ਚ ਹੋਵੇ। ਜਦੋਂ ਬਲਵਿੰਦਰ ਸਿੰਘ ਧਾਲੀਵਾਲ ਇੱਥੇ ਨਹੀਂ ਸੀਗੇ, ਉਦੋਂ ਸਾਰੀ ਕਾਰਜਕਾਰੀ ਜੋਗਿੰਦਰ ਸਿੰਘ ਮਾਨ ਦੇ ਹੱਥਾਂ ਵਿੱਚ ਸੀਗੀ। ਦਿਹਾਤੀ ਦੇ ਵਿੱਚ ਇਹਨਾਂ ਨੇ ਪੰਚਾਇਤਾਂ ਦੀਆਂ ਇਲੈਕਸ਼ਨਾਂ ਕਰਾਈਆਂ, ਸ਼ਹਿਰਾਂ ਦੇ ਵਿੱਚ ਇਲੈਕਸ਼ਨਾਂ ਕਰਾਈਆਂ, ਬਲਾਕ ਸੰਮਤੀ ਇਲੈਕਸ਼ਨਾਂ ਕਰਾਈਆਂ, ਸਾਰੀ ਕਾਰਜਕਾਰੀ ਜੋਗਿੰਦਰ ਸਿੰਘ ਮਾਨ ਨੇ ਦੇਖੀ ਸੀ। ਅੱਜ ਲੋਕ ਉਹਨਾਂ ਨੂੰ ਪਸੰਦ ਵੀ ਕਰਦੇ ਹੈਗੇ ਆ। ਜਿੱਥੇ ਬਲਵੀਰ ਰਾਣੀ ਸੋਢੀ ਦੀ ਮੈਡਮ ਦੀ ਗੱਲ ਕਰਦੇ ਆ, ਤੇ ਉਹ ਇੱਥੋਂ ਸਾਰਾ ਕੁਝ ਛੱਡ ਕੇ ਆਪਣੇ ਅਮਰੀਕਾ ਦੇ ਵਿੱਚ ਚਲ ਗਏ ਸੀ। ਉਸ ਤੋਂ ਬਾਅਦ ਇਹ ਉਹਨਾਂ ਦੀ ਥਾਂ ਤੇ ਵੱਡੀ ਜ਼ਿੰਮੇਵਾਰੀ
ਸੁੰਦਰ ਸ਼ਾਮ ਅਰੋੜਾ ਜੀ ਦਾ ਵੱਡਾ ਯੋਗਦਾਨ ਹੈਗਾ, ਹੋਰ ਸੁਨੀਲ ਜਾਖੜ ਜੀ ਜਿਹੜੇ ਸਾਬਕਾ ਪ੍ਰਧਾਨ ਆ ਉਹਨਾਂ ਦਾ ਵੱਡਾ ਯੋਗਦਾਨ ਆ। ਉਹਨਾਂ ਨੇ ਦਲਜੀਤ ਰਾਜੂ ਨੂੰ ਦੇ ਦਿੱਤੀ ਸੀ, ਉਹ ਕਹਿੰਦੇ ਵੀ ਇਹ ਕੋਆਰਡੀਨੇਟਰ ਬਣਨਗੇ ਕਪੂਰਥਲਾ ਦੇ। ਜਿਹੜਾ ਕੰਮ ਦਲਜੀਤ ਸਿੰਘ ਰਾਜੂ ਨੇ ਏਡਾ ਬਵਾਕੀ ਨਾਲ ਕੀਤਾ ਤੇ ਉਹ ਇਸ ਵੇਲੇ ਪੂਰਾ ਟੌਪ ਦੀ ਹਿੱਟ ਲਿਸਟ ਵਿੱਚ ਵੱਡੀ ਲੀਡਰਸ਼ਿਪ 'ਚ ਆ ਗਿਆ। ਉਹ ਪਸੰਦ ਕਰਦੇ ਵੀ, ਕਹਿੰਦੇ ਹਾਂ ਵੀ ਸਾਡਾ ਜ਼ਿਲ੍ਹਾ ਪੂਰਾ ਸਾਂਭਿਆ। ਹੁਣ ਬੀਤੇ ਦਿਨਾਂ ਦੇ ਵਿੱਚ ਇਹ ਵੀ ਸੱਚ ਆ ਬਈ ਉਹਨਾਂ ਨੂੰ ਮਹਿਲਾ ਕਾਂਗਰਸ ਪੰਜਾਬ ਦਾ ਅਹੁਦਾ ਮਿਲਿਆ। ਇਹ ਜਿਹੜਾ ਅਹੁਦਾ ਮਿਲਣਾ ਇਹ ਕੋਈ ਛੋਟੀ ਗੱਲ ਨਹੀਂ, ਬਹੁਤ ਵੱਡੀ ਗੱਲ ਆ। ਪੰਜਾਬ ਲੈਵਲ ਦਾ ਅਹੁਦਾ ਹੈਗਾ, ਪਰ ਕੱਲੇ ਅਹੁਦਿਆਂ ਦੇ ਨਾਲ ਇਲੈਕਸ਼ਨਾਂ ਨਹੀਂ ਜਿੱਤ ਹੋ ਜਾਂਦੀਆਂ, ਕੱਲੇ ਅਹੁਦਿਆਂ ਦੇ ਨਾਲ ਟਿਕਟਾਂ ਨਹੀਂ ਮਿਲ ਜਾਂਦੀਆਂ। ਨਵਜੋਤ ਸਿੰਘ ਸਿੱਧੂ ਜਿਹੜੇ ਪੰਜਾਬ ਦੇ ਪ੍ਰਧਾਨ ਆ, ਉਹਨਾਂ ਨੇ ਕਲੀਅਰ ਗੱਲ ਕਰਤੀ ਵੀ ਇੱਥੇ ਇਦਾਂ ਨਹੀਂ ਹੋਣੀ, ਟਿਕਟ ਉਹਨੂੰ ਮਿਲਣੀ ਆ ਜਿਹੜਾ ਲੋਕਾਂ ਦੇ ਦਿਲਾਂ ਤੇ ਰਾਜ ਕਰੂਗਾ, ਜਿਹੜੀ ਜਿੱਤਣ ਦੀ ਮਨਸ਼ਾ ਹੋਈ। ਸੋ ਇਹ ਜਿਹੜੇ ਮੈਂ ਦੋ ਨਾਲ ਹੈ, ਜੋਗਿੰਦਰ ਸਿੰਘ ਮਾਨ ਤੇ ਬਲਵਿੰਦਰ ਸਿੰਘ ਢਾਲੀਵਾਲ, ਇਹਨਾਂ ਦੀ ਪਕੜ ਹੈਗੀ ਆ, ਪਿੰਡਾਂ 'ਚ ਵੀ ਆ, ਸ਼ਹਿਰਾਂ 'ਚ ਵੀ ਆ, ਸਾਰੇ ਪਾਸੇ। ਜਿਹੜੀ ਬਲਵੀਰ ਰਾਣੀ ਸੋਢੀ ਦੀ ਮੈਡਮ ਦੀ ਗੱਲ ਕਰ ਲਓ, ਉਹ ਠੀਕ ਆ, ਸੋਚ ਲਈ ਜਾ ਸਕਦੇ ਹੈਗੇ ਆਲੇ ਦੁਆਲੇ, ਪਰ ਪੰਚਾਇਤਾਂ 'ਚ ਨਹੀਂ ਹਜੇ ਤੱਕ ਪਕੜ ਹੈਗੀ। ਜੇਕਰ ਆਪਾਂ ਆਪਣੇ ਕੌਂਸਲਰਾਂ ਦੀ ਗੱਲ ਕਰ ਲਈਏ, ਉਹਨਾਂ ਵਿੱਚ ਪਕੜ ਨਹੀਂ ਹੈਗੀ। ਜੇਕਰ ਆਪਾਂ ਖਿੱਚ ਲਈਏ ਵੀ ਤਿੰਨੇ ਲੀਡਰ ਖੜ ਜਾਣ ਫਗਵਾੜਾ ਦੇ ਵਿੱਚ, ਲੀਕ ਵਾ ਕੇ ਆ ਜਾਓ ਬਈ ਨਿੱਤਰੋ ਕਿਹੜਾ ਕਿਹੜਾ ਆਉਂਦਾ, ਤਾਂ ਮੇਰੇ ਖਿਆਲ ਨਾਲ ਜ਼ਿਆਦਾ ਗਿਣਤੀ ਕੌਂਸਲਰਾਂ ਦੀ, ਸਰਪੰਚਾਂ ਦੀ, ਪੰਚਾਂ ਦੀ, ਬਲਾਕ ਸੰਮਤੀ ਮੈਂਬਰਾਂ ਦੀ ਡਿਵਾਈਡ ਹੋ ਸਕਦੀ ਆ ਜੋਗਿੰਦਰ ਸਿੰਘ ਮਾਨ, ਤੇ ਉਹਦੇ ਵਿੱਚ ਇਹਨਾਂ ਵੱਲ ਗਿਣਤੀ ਘਟ ਜਾਣੀ ਆ, ਕਿਉਂਕਿ ਜਿਤਾਉਣਾ ਇਹਨਾਂ ਸਾਰਿਆਂ ਨੇ ਹੁੰਦਾ। ਮਤਲਬ ਤੁਹਾਡੇ ਕਹਿਣ ਤੋਂ ਮੰਨੀਏ ਵੀ ਜਿਹੜਾ ਤੁਸੀਂ ਤੀਸਰਾ ਨਾਮ ਲੈ ਰਹੇ ਹੋ, ਜਿਹੜੇ ਸੋਢੀ ਮੈਡਮ ਦਾ ਨਾਮ ਲੈ ਰਹੇ ਹੋ, ਉਹਨਾਂ ਦੇ ਵਿੱਚ ਤੁਸੀਂ ਇਹ ਗੱਲ ਕਹਿ ਸਕਦੇ ਵੀ ਉਹਨਾਂ ਦੀ ਦਿਹਾਤੀ ਜਾਂ ਸ਼ਹਿਰੀ ਏਰੀਆ ਦੇ ਵਿੱਚ ਪਕੜ ਥੋੜੀ ਘੱਟ ਆ, ਇਹ ਗੱਲ ਕਹਿ ਸਕਦੇ ਨਾ ਸਰ। ਗੱਲ ਇਹ ਹੋ ਰਹੀ ਸੀ ਕਾਂਗਰਸ ਦੀ, ਔਰ ਮੈਂ ਤੁਹਾਨੂੰ ਦੱਸਦਾ ਜੀ ਬਿਲਕੁਲ ਜਿਹੜੀ ਆ ਇਹ ਰਿਪੋਰਟ ਤੁਹਾਨੂੰ ਗਰਾਊਂਡ ਜ਼ੀਰੋ ਤੋਂ ਮਿਲ ਰਹੀ ਆ, ਔਰ ਇਸ ਰਿਪੋਰਟ ਨੂੰ ਤੁਸੀਂ ਧਿਆਨ ਨਾਲ ਦੇਖ ਸਕਦੇ ਹੋ, ਕਿਉਂਕਿ ਤੁਹਾਨੂੰ ਬਹੁਤ ਜ਼ਿਆਦਾ ਨੌਲੇਜ ਮਿਲ ਸਕਦੀ ਆ ਕਿ ਕਿਹੜੇ ਫਗਵਾੜੇ ਦੇ ਲੀਡਰ ਨੇ ਜਿਹੜੇ ਸਾਰਥਕ ਨੇ, ਔਰ ਕਿਤੇ ਨਾ ਕਿਤੇ ਜਿਨ੍ਹਾਂ ਦੇ ਅਸਾਰ ਜਿਹੜੇ ਬਹੁਤ ਜ਼ਿਆਦਾ ਨੇ। ਸੋ ਗੱਲ ਇੱਥੇ ਜਿੱਥੇ ਹੋ ਰਹੀ ਸੀਗੀ ਕਾਂਗਰਸ ਦੀ, ਸਰ ਇੱਥੇ ਮੈਂ ਇੱਕ ਤੁਹਾਨੂੰ ਸਵਾਲ ਪੁੱਛਣਾ ਚਾਹੂੰਗਾ। ਜਿੱਦਾਂ ਪਹਿਲਾਂ ਅਕਾਲੀ ਦਲ ਇਕੱਲਾ ਸੀਗਾ, ਬੀਐਸਪੀ ਇਕੱਲੀ ਸੀਗੀ, ਉਹ ਦੋਨਾਂ ਪਾਰਟੀਆਂ ਦਾ ਕਿਤੇ ਨਾ ਕਿਤੇ ਲੱਗਦਾ ਸੀਗਾ ਵੀ ਯਾਰ ਡਾਮਾਡੋਲ ਕੰਮ ਹੋ ਸਕਦਾ ਹੈ ਨਾ, ਪਰ ਇਸ ਵੇਲੇ ਜੇ ਗੱਲ ਕਰੀਏ ਅਕਾਲੀ ਤੇ ਬੀਐਸਪੀ ਦਾ ਜਿਹੜਾ ਗੱਠਜੋੜ ਹੋ ਚੁੱਕਾ, ਇਸ ਗੱਠਜੋੜ ਨੂੰ ਲੈ ਕੇ ਜਿਹੜੇ ਆ ਇੱਥੇ ਜਿਹੜੇ ਆ ਜਸਵੀਰ ਸਿੰਘ ਗੜੀ ਆ, ਤੁਹਾਨੂੰ ਪਤਾ ਜੀ ਉਹਨਾਂ ਦਾ ਜਿਹੜਾ ਮਾਹੌਲ ਆ ਉਹ ਲੋਕਾਂ ਦੇ ਵਿੱਚ ਵੀ ਵਧੀਆ ਹੈਗਾ ਆ। ਪਰ ਜੇ ਮੈਂ ਤੁਹਾਡੇ ਤੋਂ ਜਾਣਕਾਰੀ ਲੈਣੀ ਚਾਹਾਂ ਗਰਾਊਂਡ ਜ਼ੀਰੋ ਦੀ, ਤਾਂ ਤੁਸੀਂ ਮਾੜੀ ਜੀ ਜਾਣਕਾਰੀ ਸਾਡੇ ਦਰਸ਼ਕਾਂ ਨੂੰ ਇਹਦੇ ਬਾਰੇ ਜ਼ਰੂਰ ਦਿਓ। ਜਿਹੜੇ ਸਰਦਾਰ ਜਸਵੀਰ ਸਿੰਘ ਗੜੀ ਆ, ਵੱਡਾ ਪਲੱਸ ਪੁਆਇੰਟ ਤਾਂ ਉਹਨਾਂ ਨੂੰ ਇਹ ਆ ਵੀ ਉਹ ਬਸਪਾ ਪਾਰਟੀ ਦੇ ਪ੍ਰਧਾਨ ਆ। ਜਦੋਂ ਅਹੁਦੇ ਮਿਲ ਜਾਣ, ਗਰਾਊਂਡ ਦੇ ਵਿੱਚ ਘੁੰਮਣ ਵਾਲੇ ਹੋਣ, ਇੱਕ ਤਾਂ ਵੱਡਾ ਅਹੁਦਾ ਹੈਗਾ, ਪੰਜਾਬ ਦਾ ਵੱਡਾ ਚਿਹਰਾ ਹੈਗਾ। ਸੁਖਬੀਰ ਸਿੰਘ ਬਾਦਲ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ, ਸੀਐਮ ਦੇ ਅਹੁਦੇਦਾਰ ਹੈਗੇ ਆ, ਦਾਅਵੇਦਾਰ ਹੀ ਆ ਵੀ ਉਹਨਾਂ ਨੇ ਸੀਐਮ ਬਣਨਾ ਜੇ ਪਾਰਟੀ ਜਿੱਤੀ, ਉਹਨਾਂ ਦੇ ਨਾਲ ਬੜੇ ਕਲੋਜ਼ ਹੈਗੇ ਆ। ਤੀਜਾ ਜਿਹੜਾ ਵੱਡਾ ਪੁਆਇੰਟ ਹੈਗਾ, ਤੁਸੀਂ ਅਹੁਦਿਆਂ ਨੂੰ ਵੀ ਛੱਡ ਦਿਓ, ਯਾਰੀਆਂ ਦੋਸਤੀਆਂ ਵੀ ਛੱਡ ਦਿਓ, ਬਾਦਲ ਸਾਹਿਬ ਦਾ ਨਜ਼ਦੀਕੀ ਵੀ ਛੱਡ ਦਿਓ, ਜਿਹੜੀ ਫਗਵਾੜਾ ਦੇ ਵਿੱਚ ਕਾਂਗਰਸ ਦੀ ਆਪਸੀ ਫੁੱਟ ਹੈਗੀ ਆ। ਬਸਪਾ ਸ਼੍ਰੋਮਣੀ ਅਕਾਲੀ ਦਲ ਜਿੱਤੇ ਨਾ ਜਿੱਤੇ, ਪਰ ਕਾਂਗਰਸ ਨੇ ਇੱਕ ਦੂਜੇ ਦੀਆਂ ਜੜ੍ਹਾਂ ਵੱਢਦੇ ਵੱਢਦੇ ਜਸਵੀਰ ਗੜੀ ਨੂੰ ਜਿਤਾ ਦੇਣਾ। ਜੋ ਅੱਜ ਦਾ ਸਮਾਂ ਆ, ਕੱਲ੍ਹ ਨੂੰ ਕੀ ਸਮਾਂ ਹੋਣਾ ਪਤਾ ਨਹੀਂ, ਪਰ ਇਸ ਦੇ ਵਿੱਚ ਜਿਵੇਂ ਕਾਂਗਰਸ ਦੇ ਵਿੱਚ ਧੜੇਬੰਦੀ ਤਾਂ ਖੁੱਲ੍ਹ ਕੇ ਸਾਹਮਣੇ ਆ ਗਈ, ਕਿਤਾਬ ਖੁੱਲ੍ਹੀ ਆ ਵੀ ਉਹ ਕਹਿੰਦਾ ਵੀ ਮੈਂ ਨਹੀਂ, ਤੇ ਉਹ ਕਹਿੰਦਾ ਮੈਂ ਨਹੀਂ, ਪੌੜੀ ਇੱਕ ਚੜ੍ਹਦਾ, ਦੂਜਾ ਲੱਤ ਥੱਲਿਓਂ ਫੜ ਕੇ ਤਾਰ ਦਿਨ ਥੱਲੇ ਛੱਡ ਲੈਂਦਾ ਵੀ ਚੱਲਾਂ ਕਿੱਥੇ ਆ ਨਾ, ਮੈਂ ਵੀ ਇੱਥੇ ਬੈਠਾ। ਬਸਪਾ ਦੇ ਵਿੱਚ ਵੀ ਜਦੋਂ ਜਸਵੀਰ ਸਿੰਘ ਗੜੀ ਹੋਣਾ ਦੀ ਟਿਕਟ ਅਨਾਉਂਸ ਹੋਈ ਸੀ, ਤਾਂ ਬਸਪਾ ਨੇ ਵੱਡੇ ਲੀਡਰਾਂ ਨੇ ਵਿਰੋਧ ਕੀਤਾ ਸੀਗਾ, ਬੜੀ ਚਰਚਾ ਛਿੜੀ ਸੀ। ਬਸਪਾ ਪਾਰਟੀ ਜਿਹੜੇ ਸੀਨੀਅਰ ਇੱਥੇ ਦੇ ਲੀਡਰਸ਼ਿਪ ਹੈਗੇ, ਉਹਨਾਂ ਨੇ ਕਿਹਾ ਸੀ ਵੀ ਅਸੀਂ ਪ੍ਰੈਸ ਕਾਨਫਰੰਸ ਕਰਨੀ ਆ। ਪਹਿਲਾਂ 10 ਵਜੇ ਦਾ ਟਾਈਮ ਰੱਖਿਆ, ਫਿਰ 12 ਦਾ ਰੱਖਿਆ, ਫਿਰ 2 ਦਾ ਰੱਖਿਆ, ਫਿਰ ਇਹ ਚਰਚਾਵਾਂ ਛਿੜੀਆਂ ਵੀ ਸਰਦਾਰ ਜਸਵੀਰ ਸਿੰਘ ਗੜੀ ਮੈਨੇਜ ਕਰ ਗਏ ਆ, ਤੇ ਉਹਨਾਂ ਨੇ ਨਹੀਂ ਕੀਤੀ। ਪਰ ਅੱਜ ਵੀ ਬਸਪਾ ਦੇ ਵਿੱਚ ਬਰੂਦ ਤਾਂ ਜਾਗਦਾ ਨਾ, ਉਹ ਕਹਿੰਦੇ ਵੀ ਯਾਰ ਅਸੀਂ ਲੋਕਲ ਬੈਠੇ ਆ, ਕੋਈ ਬੰਦਾ ਉੱਥੋਂ ਦੂਜੇ ਆ ਕੇ ਸਾਡੇ ਹਲਕੇ ਦੇ ਵਿੱਚ ਲੜ ਰਿਹਾ, ਇਹ ਥੋੜਾ ਥੋੜਾ ਉਹਨਾਂ ਦੇ ਵਿੱਚ ਰੋਸਾ ਹੈਗਾ। ਇਹ ਸੀ ਬਸਪਾ ਦੀ ਗੱਲ। ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇੱਟ ਖੜਕੇ ਵਾਲਾ ਕੰਮ ਆ। ਸਰਦਾਰ ਸਰਵਣ ਸਿੰਘ ਕਲਾਰ ਵੱਖਰੇ ਪਾਸੇ ਨੂੰ ਮੋਰਚਾ, ਸਰਦਾਰ ਰਣਜੀਤ ਸਿੰਘ ਖਰਾਣਾ ਤੇ ਸਰਦਾਰ ਬਾਦ ਸਾਹਿਬ, ਇਹਨਾਂ ਦੇ ਇਦਾਂ ਮੂੰਹ ਆ, ਇਦਾਂ ਉਹ ਕਹਿੰਦੇ ਵੀ ਮੈਂ ਤੇਰੇ ਨਾਲ ਨਹੀਂ ਤੇ ਮੈਂ ਇਹਦੇ ਨਾਲ ਹੀ, ਬੜੇ ਗਾਢੇ ਮਾਢੇ ਫਸੇ ਆ। ਉਹਨਾਂ ਨੂੰ ਕਿੱਦਾਂ ਟੈਕਲ ਕਰਨਾ, ਉਹ ਕਿੱਦਾਂ ਹੋਣਾ, ਉਹ ਇਕੱਠੇ ਹੁੰਦੇ ਆ ਕਿ ਨਹੀਂ ਹੁੰਦੇ, ਬਸਪਾ ਪਾਰਟੀ ਐਨ ਇਮਾਨਦਾਰੀ ਨਾਲ ਚੱਲਦੀ ਕਿ ਨਹੀਂ ਚੱਲਦੀ, ਇਹ ਵੀ ਦੇਖਣਾ ਆ। ਹਾਲ ਦੀ ਘੜੀ ਮਜ਼ਬੂਤ ਹੈਗੇ ਜਸਵੀਰ ਸਿੰਘ ਗੜੀ, ਇੱਦਾਂ ਨਹੀਂ ਕਹਿ ਸਕਦੇ ਵੀ ਉਹ ਮਜ਼ਬੂਤ ਨਹੀਂ, ਕਿਉਂਕਿ ਕੈਂਡੀਡੇਟ ਪਾਰਟੀ ਦਾ ਇੱਕ ਆ, ਦੋਹਾਂ ਪਾਰਟੀਆਂ ਦਾ ਆਪਸੀ ਵਿਰੋਧ ਨਹੀਂ। ਵਿਰੋਧੀਆਂ ਨਾਲ ਲੜਾਈ ਲੜਨੀ ਉਹ ਤਾਂ ਬਾਅਦ ਦੀ ਗੱਲ ਆ, ਜਦੋਂ ਘਰੋਂ ਹੀ ਆਪਾਂ ਆਪਸ ਵਿੱਚ ਜੁੱਤੀ ਖੜੱਕਾ ਹੋਈ ਜਾਣਾ ਤੇ ਉਦੋਂ ਆਪਾਂ ਲੜਾਈ ਨਹੀਂ ਜਿੱਤ ਸਕਦੇ। ਸੋ ਇਹ ਹੁਣ ਦੇਖਣਾ ਵੀ ਜਸਵੀਰ ਸਿੰਘ ਗੜੀ ਕਿੱਦਾਂ ਸਾਰਾ ਮੈਨੇਜ ਕਰਦੇ ਆ, ਕਿੱਦਾਂ ਚੱਲਦੇ ਆ, ਤੇ ਉਹ ਕਿੱਦਾਂ ਦਾ ਰਿਜ਼ਲਟ ਲੋਕਾਂ ਨੂੰ ਦੇਣਗੇ, ਸਮੱਸਿਆਵਾਂ ਕਿੱਦਾਂ ਦੀਆਂ ਚੱਕਦੇ ਹੈਗੇ ਆ। ਮਤਲਬ ਤੁਸੀਂ ਇਹ ਗੱਲ ਕਹਿਣੀ ਚਾਹੁੰਦੇ ਆ ਵੀ ਦੋ ਪਾਰਟੀਆਂ ਦਾ ਜਦੋਂ ਕੈਂਡੀਡੇਟ ਇੱਕ ਹੋਵੇ, ਤੇ ਉਹ ਜਿਹੜਾ ਦੋ ਪਾਰਟੀਆਂ ਦੇ ਜਿਹੜੇ ਕੰਮ ਆ ਉਹ ਇੱਕ ਨੇ ਕਰਨੇ ਆ, ਪਰ ਉਹਦੇ ਵਿੱਚ ਜਿਹੜੇ ਲੀਡਰ ਵੱਖ-ਵੱਖ ਹੋਰ ਵੀ ਜੁੜੇ ਹੁੰਦੇ ਆ, ਉਹਨਾਂ ਸਾਰਿਆਂ ਨੂੰ ਮਤਲਬ ਕਿੱਦਾਂ ਜੋੜ ਕੇ ਰੱਖਣਾ। ਪਾਸੇ ਪੰਜਾਬ 'ਚ ਆਪਾਂ ਦੇਖ ਲਈਏ ਬਸਪਾ ਵੋਟ ਘੱਟ ਆ,
ਦੁਆਬੇ ਦੀ ਗੱਲ ਕਰੀਏ, ਦੁਆਬਾ ਦਾ ਗੜ ਮੰਨਿਆ ਬਸਪਾ ਦਾ। ਫਲੋਰ ਦੇ ਵਿੱਚ ਟੌਪ ਦੇ ਜਿਹੜੀ ਬਸਪਾ ਪਾਰਟੀ ਪਕੜਿਆ, ਆਦਮਪੁਰ 'ਚ ਹੈਗੀ ਆ, ਜਲੰਧਰ ਜ਼ਿਲ੍ਹੇ 'ਚ ਹੈਗੀ ਆ, ਕਰਤਾਰਪੁਰ ਹੈਗੀ ਆ, ਨਵਾਂ ਸ਼ਹਿਰ ਹੈਗੀ ਆ, ਫਗਵਾੜੇ ਵੀ। ਫਗਵਾੜੇ ਬਹੁਤ ਵੱਡਾ ਵੋਟ ਬੈਂਕ ਦਿਹਾਤੀ ਵੀ ਹੈਗਾ, ਸ਼ਹਿਰ ਦੇ ਵਿੱਚ ਵੀ ਬੀਐਸਪੀ ਮੌਜੂਦ ਹੈਗੀ ਆ, ਪਿੰਡਾਂ ਵਿੱਚ ਅਕਾਲੀ ਦਲ ਨਰੋਲ ਹੈਗਾ ਹਨਾ। ਇਸ ਕਰਕੇ ਇੱਕ ਮਜ਼ਬੂਤੀ ਤਾਂ ਆਈ ਹੈਗੀ, ਦੋਨਾਂ ਪਾਰਟੀਆਂ ਦੀ ਗਿਣਤੀ ਵੱਡੀ ਸੀਗੀ। ਇਸ ਕਰਕੇ ਇਹਨਾਂ ਦੇ ਨਤੀਜੇ ਕੁਝ ਚੰਗੇ ਹੋ ਸਕਦੇ ਆ। ਜੇ ਤਾਂ ਕਾਂਗਰਸ ਇਕੱਠੀ ਹੋ ਜੂਗੀ, ਕੋਈ ਚੰਗਾ ਉਮੀਦਵਾਰ ਆ ਜੂਗੇ, ਸਾਰੇ ਇਕੱਠੇ ਹੋ ਕੇ ਹੰਭਲਾ ਮੰਨਗੇ, ਤਾਂ ਗੜੀ ਸਾਹਿਬ ਨੂੰ ਵੀ ਭੱਜਣਾ ਪੈ ਜਾਣੀਆਂ। ਫੇਰ ਤਾਂ ਦੇਖੂਗੇ ਕਿਹੜਾ ਨਿੱਤਰਦਾ ਹੈਗਾ ਮੈਦਾਨ ਦੇ ਵਿੱਚ। ਸੋ ਦੋਸਤੋ ਤੁਸੀਂ ਦੇਖ ਸਕਦੇ ਆ ਕਿ ਇਸ ਵੇਲੇ ਜਿਹੜੀ ਤੁਹਾਨੂੰ ਗਰਾਊਂਡ ਲੈਵਲ ਦੀ ਜਿਹੜੀ ਰਿਪੋਰਟ ਮਿਲ ਰਹੀ ਹੈ ਸਰ, ਇੱਥੇ ਇਸ ਵੇਲੇ ਜੇ ਆਪਾਂ ਗੱਲ ਕਰੀਏ ਅਕਾਲੀ ਦਲ ਬੀਐਸਪੀ ਤੋਂ ਬਾਅਦ ਜਿਹੜੀ ਕਾਂਗਰਸ ਦੀ ਆਪਣੀ ਗੱਲ ਹੋ ਚੁੱਕੀ ਆ ਹਨਾ, ਤੇ ਆਪਾਂ ਗੱਲ ਕਰਦੇ ਆ ਵੀ ਜਿਹੜੀ ਬੀਜੇਪੀ ਪਾਰਟੀ ਆ ਇਸ ਵੇਲੇ ਕਿਸਾਨੀ ਸੰਘਰਸ਼ ਦੇ ਨਾਲ ਵੀ ਕਾਫੀ ਜਿਹੜੀ ਪ੍ਰਭਾਵਿਤ ਹੋਈ ਆ ਹਨਾ। ਤੇ ਦੂਸਰੇ ਨੰਬਰ ਤੇ ਜਿਹੜਾ ਬੀਜੇਪੀ ਦਾ ਲੀਡਰ ਇਸ ਵੇਲੇ ਫਗਵਾੜੇ ਦੇ ਵਿੱਚੋਂ ਦਾਅਵੇਦਾਰੀ ਤੇ ਕਿਹੜਾ ਆ ਰਿਹਾ, ਔਰ ਕੀ ਲੱਗਦਾ ਕਿ ਉਹਨਾਂ ਦੇ ਜਿੱਤਣ ਦੇ ਆਸਾਰ ਕਿੰਨੇ ਕਿਆ, ਔਰ ਕੀ ਲੱਗਦਾ ਕਿ ਲੋਕਾਂ ਦੇ ਵਿੱਚ ਉਹਨਾਂ ਦਾ ਵਿਚਰਨ ਕਿਦਾਂ ਦਾ ਹੈ। ਸੋ ਇਹਦੇ ਵਿੱਚ ਇਹ ਗੱਲ ਅਤਕਥਨੀ ਨਹੀਂ ਹੈਗੀ ਕਿ ਪੰਜਾਬ ਦੇ ਵਿੱਚ ਨਹੀਂ, ਹਰਿਆਣੇ ਦੇ ਵਿੱਚ, ਯੂਪੀ ਦੇ ਵਿੱਚ, ਜੇ ਚਲੋ ਆਪਾਂ ਪੰਜਾਬ ਦੀ ਗੱਲ ਕਰ ਲਈਏ, ਭਾਜਪਾ ਦੇ ਲੀਡਰਾਂ ਦਾ ਬਹੁਤ ਬੁਰਾ ਹਾਲ ਸੀ। ਕਿਸਾਨਾਂ ਨੇ ਏਡਾ ਵਿਰੋਧ ਕੀਤਾ, ਕੁੱਟ-ਕੁੱਟ ਕੇ ਭਜਾਏ ਵੀ, ਕੱਪੜੇ ਪਾੜ ਕੇ ਨੰਗੇ ਵੀ ਕੀਤੇ, ਗੱਡੀਆਂ ਦੇ ਸ਼ੀਸ਼ੇ ਭੰਨੇ, ਭਾਜਦਿਆਂ ਨੂੰ ਰਾਹ ਨਹੀਂ ਮਿਲਦਾ ਸੀਗਾ, ਏਡਾ ਬੁਰਾ ਹਾਲ ਸੀਗਾ। ਜਿਹੜਾ ਹੁਣ ਬੀਤੇ ਦਿਨੀ ਭਾਰਤ ਦੇ ਜਿਹੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਵੱਡਾ ਫੈਸਲਾ ਲੈ ਲਿਆ ਪ੍ਰਕਾਸ਼ ਪੁਰਬ ਦੇ ਉੱਤੇ, ਉਹਨੇ ਕਿਹਾ ਵੀ ਮੈਂ ਖੇਤੀ ਕਾਨੂੰਨ ਰੱਦ ਕਰ ਦੂੰਗਾ। ਇਹਨਾਂ ਨਾਲ ਦੇਖੋ ਸਾਹ ਤਾਂ ਬੀਜੇਪੀ ਨੂੰ ਮਿਲਿਆ ਹੈਗਾ। ਜੇ ਕਾਨੂੰਨ ਰੱਦ ਨਾ ਹੁੰਦੇ ਤਾਂ ਇਹਨਾਂ ਦਾ ਗਲੀਆਂ ਮੁਹੱਲਿਆਂ ਦੇ ਵਿੱਚ ਬਣਨਾ ਬੜਾ ਔਖਾ ਹੋਣਾ ਸੀ, ਉੱਥੇ ਡਾਂਗ ਵੀ ਖੜਕਣੀ ਸੀ, ਇੱਟਾਂ ਹੀ ਬਣਨੀਆਂ ਸੀ, ਤੇ ਹੋ ਸਕਦਾ ਸਿਰ ਵੀ ਪਾੜਦੇ, ਕਿਉਂਕਿ ਇਦਾਂ ਦਾ ਮਾਹੌਲ ਪੰਜਾਬ 'ਚ ਬਣਿਆ ਸੀਗਾ। ਹੁਣ ਆਪਾਂ ਗੱਲ ਕਰਦੇ ਹਾਂ ਸਥਿਤੀ ਕਿੱਦਾਂ ਦੀ ਆ। ਹੁਣ ਸਥਿਤੀ ਦੇ ਨਾਲ ਚਲੋ ਨਿਖਰੀ ਹੈਗੀ ਆ, ਬਹੁਤ ਲੰਬਾ ਸਮਾਂ, ਜੇ ਫਗਵਾੜੇ ਦੀ ਗੱਲ ਕਰੀਏ ਤਾਂ ਲੰਬਾ ਸਮਾਂ ਦੇਖੋ ਰਾਜ ਭਾਜਪਾ ਨੇ ਕੀਤਾ ਹੈ ਇੱਥੇ। ਕਾਂਗਰਸ ਦੀ ਤਾਂ ਚਲੋ ਹੁਣ ਥੋੜੀ ਵਾਰੀ ਆ ਰਹੀ ਆ, ਪਰ ਭਾਜਪਾ ਦਾ ਇੱਕ ਵੋਟ ਬੈਂਕ ਸ਼ਹਿਰ ਦੇ ਵਿੱਚ ਹੈਗਾ। ਉਹ ਵੋਟ ਬੈਂਕ ਕਿੱਦਾਂ ਕੈਸ਼ ਕਰਨਾ, ਇਹ ਇਕੱਲੀ ਭਾਜਪਾ ਪਾਰਟੀ ਦੇ ਵੀ ਹੱਥ ਨਹੀਂ ਹੈਗਾ, ਇਹ ਉਮੀਦਵਾਰ ਦੇ ਹੱਥ ਵੀ ਹੈਗਾ। ਪਹਿਲਾਂ ਇੱਥੋਂ ਸੋਮ ਪ੍ਰਕਾਸ਼ ਜੀ ਜਿਹੜੇ ਹੁਣ ਕੇਂਦਰੀ ਮੰਤਰੀ ਹੈਗੇ ਆ, ਦੇਖੋ 2017 ਦੇ ਵਿੱਚ ਸਾਰੇ ਹੀ ਕਹਿੰਦੇ ਸੀ ਵੀ ਸੋਮ ਪ੍ਰਕਾਸ਼ ਜੀ ਜੋ ਮਰਜ਼ੀ ਕਰ ਲੈਣ, ਜਿੱਤਣੇ ਨਹੀਂ। ਉਹ ਜਿੱਤ ਕੇ ਆਏ, ਗਲਾਂ 'ਚ ਹਾਰ ਪਏ ਤਾਂ ਢੋਲ ਵੱਜੇ ਫਗਵਾੜੇ ਦੇ ਵਿੱਚ, ਉਸ ਸਮੇਂ ਵੀ ਇਹ ਜਿਹੜੇ ਕਿ ਬਣੇ ਹਨਾ। ਉਦੋਂ ਬਾਅਦ 'ਚ ਫੇਰ ਕਹਿੰਦੇ ਸੀਗੇ ਵੀ ਜਿਹੜੀ ਹੁਣ ਐਮਪੀ ਦੀ ਚੋਣ ਆ, ਇੱਥੇ ਤਾਂ ਸੋਮ ਪ੍ਰਕਾਸ਼ ਨਹੀਂ ਲੱਭਣਾ ਹੈਗਾ, ਕਿਉਂਕਿ ਹਾਲਾਤ ਬਾਲੇ ਵਧੀਆ ਨਹੀਂ, ਕਾਂਗਰਸ ਸਰਕਾਰ ਆ। ਉੱਥੇ ਵੀ ਜਿੱਤੇ, ਦੋਨਾਂ ਦੇ ਵਿੱਚ ਜਿੱਤੇ, ਤੇ ਚਿਹਰੇ ਵੀ ਕੰਮ ਕਰਦੇ ਨਾ। ਸੋਮ ਪ੍ਰਕਾਸ਼ ਦਾ ਆਪਸੀ ਪਿਆਰ, ਇੱਕ ਆਈਐਸ ਅਫਸਰ ਆ, ਇੱਕ ਚੰਗੀ ਜ਼ਰੂਰਤ ਵਾਲੇ ਲੀਡਰ ਆ, ਜੋ ਗੱਲ ਮੂੰਹੋਂ ਕਹਿ ਦੀ ਨਾ ਪੂਰੀ ਹੋਣੀ ਆ, ਉਹ ਕਰਦੇ ਸੀ। ਚਲੋ ਹੁਣ ਉਹ ਚੋਣ ਨਹੀਂ ਲੜਦੇ, ਕਿਉਂਕਿ ਉਹ ਹੁਣ ਐਮਪੀ ਬਣ ਗਏ, ਹੁਣ ਐਮਐਲਏ ਚੋਣ ਤਾਂ ਨਹੀਂ ਲੜਨਗੇ। ਉਸ ਤੋਂ ਬਾਅਦ ਬੀਜੇਪੀ ਨੇ ਜਿਹੜੇ ਕਿ ਰਜੇਸ਼ ਬਾਘਾ ਜੀ, ਉਹਨਾਂ ਨੂੰ ਮੈਦਾਨ 'ਚ ਉਤਾਰਤਾ ਵੀ ਜਾ ਵੀ ਲੜੋ ਚੋਣ ਤੇ ਜਿੱਤੋ। ਬਹੁਤ ਬੁਰਾ ਹਾਲ ਹੋਇਆ ਉਹਨਾਂ ਦਾ ਪਾਰਟੀ ਦੇ ਵਿੱਚ, ਜਿਵੇਂ ਉਹਨਾਂ ਨੂੰ ਵੋਟ ਬੈਂਕ ਇੰਨੀ ਘੱਟ ਪਈ। ਸੋ ਸ਼ਹਿਰ ਦੇ ਵਿੱਚ ਵੀ ਐਨ ਸਫਾਇਆ, ਪਿੰਡਾਂ ਦੇ ਵਿੱਚ ਵੀ ਸਫਾਇਆ, ਬਹੁਤ ਥੋੜੀ ਵੋਟ ਮਿਲੀ ਸੀ, ਜਿਸ ਕਰਕੇ ਬਲਵਿੰਦਰ ਸਿੰਘ ਧਾਲੀਵਾਲ ਦੀ ਵੱਡੀ ਜਿੱਤ ਹੋਈ। ਹੁਣ ਦਾਅਵੇਦਾਰੀਆਂ ਦੀ ਜੇ ਗੱਲ ਕਰ ਲਈਏ, ਇੱਥੇ ਸਾਂਪਲਾ ਪਰਿਵਾਰ, ਸਾਂਪਲਾ ਜੀ, ਵਿਜੇ ਸਾਂਪਲਾ ਇੱਕ ਬਹੁਤ ਵੱਡੇ ਲੀਡਰ ਹੈਗੇ ਆ, ਪੰਜਾਬ ਦੇ ਨਹੀਂ ਇੰਡੀਆ ਦੇ ਵੱਡੇ ਲੀਡਰ ਹੈਗੇ ਆ। ਉਹਨਾਂ ਦੇ ਪਰਿਵਾਰ 'ਚੋਂ ਵੀ ਚਰਚਾਵਾਂ ਚੱਲ ਰਹੀਆਂ ਵੀ ਕੋਈ ਆ ਸਕਦਾ, ਰਜੇਸ਼ ਬਾਘਾ ਜੀ ਵੀ ਆ ਸਕਦੇ ਹੈਗੇ ਆ। ਅਨੀਤਾ ਸੋਮ ਪ੍ਰਕਾਸ਼, ਜਿਹੜਾ ਅਨੀਤਾ ਸੋਮ ਪ੍ਰਕਾਸ਼ ਦਾ ਨਾਮ ਹੈਗਾ, ਇਹ ਇੱਕ ਬਹੁਤ ਵੱਡਾ ਨਾਮ ਹੈਗਾ। ਜਿਮਨੀ ਚੋਣ ਦੇ ਵਿੱਚ ਵੀ ਜਦੋਂ ਮੈਡਮ ਅਨੀਤਾ ਸੋਮ ਪ੍ਰਕਾਸ਼ ਦੀ ਗੱਲ ਚੱਲੀ ਸੀ ਵੀ ਅਨੀਤਾ ਸੋਮ ਪ੍ਰਕਾਸ਼ ਚੋਣ ਲੜ ਸਕਦੇ ਆ, ਤਾਂ ਇਦਾਂ ਕੰਬਣੀ ਜਿਹੀ ਹੁੰਦੀ ਸੀ ਵਿਰੋਧੀਆਂ ਨੂੰ, ਯਾਰ ਸਾਰੇ ਉਹ ਕਹਿੰਦੇ ਸੀ ਵੀ ਮੈਡਮ ਅਨੀਤਾ ਸੋਮ ਪ੍ਰਕਾਸ਼ ਨਾ ਆਉਣ, ਹੋਰ ਜਿਹੜਾ ਮਰਜ਼ੀ ਆਵੇ ਅਸੀਂ ਚੋਣ ਜਿੱਤ ਲਾਂਗੇ। ਹਾਲਾਂਕਿ ਸਰਕਾਰ ਕਾਂਗਰਸ ਦੀ ਸੀਗੀ, ਪਰ ਉਹਨਾਂ ਦੀ ਇੱਕ ਡਰ ਸੀ। ਡਰ ਕਿਉਂ ਸੀ? ਉਹਨਾਂ ਦੀ ਪਕੜ ਸੀ। ਹੁਣ ਤੱਕ ਜਿਹੜਾ ਸੋਮ ਪ੍ਰਕਾਸ਼ ਵੀ ਜਿੰਨੀਆਂ ਚੋਣਾਂ ਜਿੱਤੇ ਆ, ਉਹਨਾਂ ਨੂੰ ਜਿਤਾਉਣ ਦੇ ਪਿੱਛੇ ਅਨੀਤਾ ਸੋਮ ਪ੍ਰਕਾਸ਼ ਦਾ ਵੱਡਾ ਹੱਥ ਆ। ਜੇਕਰ ਮਹਿਲਾਵਾਂ ਦੀਆਂ ਰੈਲੀਆਂ ਸਭ ਤੋਂ ਵੱਡੀਆਂ ਪੰਜਾਬ 'ਚ ਹੋਈਆਂ ਤਾਂ ਫਗਵਾੜੇ ਵਿੱਚ ਹੋਈਆਂ, ਤੇ ਅਨੀਤਾ ਸੋਮ ਪ੍ਰਕਾਸ਼ ਹੁਣ ਵੀ ਸੋਸ਼ਲੀ ਐਕਟਿਵ ਆ। ਤੁਸੀਂ ਦੇਖਿਆ ਸਾਰੇ ਪਾਸੇ ਵਿਰੋਧ ਹੋਏ ਸੀਗੇ ਭਾਜਪਾ ਦੇ, ਪਰ ਅਨੀਤਾ ਸੋਮ ਪ੍ਰਕਾਸ਼ ਨੇ ਖੁੱਲ੍ਹ ਕੇ ਸਾਰੇ ਪਾਸੇ ਗਏ, ਵੀ ਪਿੰਡਾਂ 'ਚ ਵੀ ਗਏ, ਸ਼ਹਿਰਾਂ 'ਚ ਵੀ ਗਏ, ਲੋਕਾਂ ਦੀ ਮਦਦ ਕੀਤੀ, ਇਹਨਾਂ ਦਾ ਵਿਰੋਧ ਵੀ ਨਹੀਂ ਹੋਇਆ। ਲੋਕੀ ਇਹਨਾਂ ਨੂੰ ਸਤਿਕਾਰ ਵਜੋਂ ਦੇਖਦੇ ਆ। ਜੇ ਤਾਂ ਬੀਜੇਪੀ ਵੱਲੋਂ ਮੈਡਮ ਅਨੀਤਾ ਸੋਮ ਪ੍ਰਕਾਸ਼ ਨੂੰ ਟਿਕਟ ਮਿਲਦੀ ਆ, ਫਿਰ ਤਾਂ ਇਦਾਂ ਦੇ ਸਿੰਘ ਫਸਣੇ ਹਨਾ, ਫਿਰ ਤਾਂ ਮਾਹੌਲ ਬਾਹਲਾ ਤਗੜਾ ਬਣ ਜਾਣਾ ਸਾਰਿਆਂ ਦੀਆਂ, ਜਿੱਦਾਂ ਜ਼ੋਰ ਪੂਰਾ ਲੱਗੂਗਾ। ਜੇ ਇਹਨਾਂ ਦੀ ਬਜਾਏ ਮੈਡਮ ਅਨੀਤਾ ਸੋਮ ਦੀ ਬਜਾਏ ਕੋਈ ਹੋਰ ਲੀਡਰ ਆ ਗਿਆ, ਤੇ ਹੁਣ ਬੀਜੇਪੀ ਇਕੱਲੀ ਆ, ਅੱਗੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸੀ, ਤਾਂ ਬਾਹਲਾ ਵਧੀਆ ਇਹਨਾਂ ਦਾ ਮਾਹੌਲ ਨਹੀਂ ਰਹਿਣਾ। ਇਹਨਾਂ ਨੂੰ ਟਿਕਟ ਮਿਲਦੀ ਆ, ਜਿੱਤ ਹਾਰ ਹੈਗੀ ਬਾਅਦ ਦੀ ਗੱਲ, ਇਹ ਲੋਕਾਂ ਨੇ ਦੇਖਣਾ, ਪਰ ਇੱਕ ਵਾਰੀ ਦੱਸ ਦੇਣਗੇ ਵੀ ਹਾਂ ਵੀ ਬੀਜੇਪੀ ਵੀ ਫਗਵਾੜੇ ਦੇ ਵਿੱਚ ਖੜੀ ਆ। ਮਤਲਬ ਤੁਸੀਂ ਇਹ ਗੱਲ ਕਰਦੇ ਹੋ ਵੀ ਜਿਹੜੇ ਅਨੀਤਾ ਸੋਮ ਪ੍ਰਕਾਸ਼ ਆ, ਵੀ ਜਿਹੜਾ ਉਹਨਾਂ ਦਾ ਚਿਹਰਾ ਆ, ਉਹ ਲੋਕਾਂ ਤੇ ਕਾਫੀ ਮਤਲਬ ਪ੍ਰਭਾਵ ਪਾ ਰਿਹਾ ਇਸ ਵੇਲੇ ਵੀ, ਹਨਾ। ਜੇ ਮਤਲਬ ਪਿਛਲੇ ਟਾਈਮ ਨੂੰ ਵੀ ਛੱਡ ਦਈਏ, ਆਪਾਂ ਸਾਰੀਆਂ ਸਥਿਤੀਆਂ ਨੂੰ ਛੱਡ ਕੇ ਗੱਲ ਕਰੀਏ, ਵੀ ਸੋਮ ਪ੍ਰਕਾਸ਼ ਜਿਹੜੇ ਅਨੀਤਾ ਜੀ ਆ, ਉਹਨਾਂ ਦਾ ਜਿਹੜਾ ਚਿਹਰਾ ਆ, ਅੱਜ ਵੀ ਲੋਕਾਂ ਦੇ ਵਿੱਚ ਪੂਰੀ ਤਰ੍ਹਾਂ ਪ੍ਰਭਾਵ ਪਾ ਰਿਹਾ। ਬਿਲਕੁਲ ਅੱਜ ਵੀ ਪ੍ਰਭਾਵ ਪਾ ਰਿਹਾ। ਰਾਤ ਨੂੰ ਦਿਨੇ ਜਿੱਥੇ ਮਰਜ਼ੀ ਹੋ ਲੈ ਜਾਓ,
ਸ਼ਹਿਰੀ ਲੋਕ ਉਹਨਾਂ ਤੋਂ ਬੜੇ ਖੁਸ਼ ਆ, ਪਿੰਡੂ ਲੋਕ ਉਹਨਾਂ ਤੋਂ ਖੁਸ਼ ਆ। ਇੱਕ ਇਮੇਜ ਹੁੰਦੀ ਆ ਪਾਰਟੀ ਦੀ ਵੀ ਇਹ ਜੀ ਕਾਂਗਰਸ ਪਾਰਟੀ ਤੋਂ ਆ, ਇਹ ਅਕਾਲੀ ਦਲ ਤੋਂ, ਬੀਜੇਪੀ ਤੋਂ। ਇੱਕ ਹੁੰਦੀ ਹੈ ਪ੍ਰਾਈਵੇਟ ਆਪਣੀ ਪਰਸਨੈਲਿਟੀ ਵੀ ਭਾਈ ਭਾਵੇਂ ਆਜ਼ਾਦ ਖੜ ਜਾਓ, ਭਾਵੇਂ ਇੱਥੋਂ ਖੜ ਜਾਓ, ਭਾਵੇਂ ਇੱਥੇ ਖੜ ਜਾਓ, ਲੋਕ ਨਾਲ ਹੈਗੇ ਆ। ਇਹ ਇੱਕ ਇਦਾਂ ਦੀ ਸ਼ਖਸੀਅਤ ਆ ਨੀਤਾ ਸੋਮ ਪ੍ਰਕਾਸ਼। ਪਾਰਟੀ ਤਾਂ ਚਲੋ ਹੁੰਦੀ ਆ, ਪਰ ਪਾਰਟੀ ਤੋਂ ਬਿਨਾਂ ਇਹਨਾਂ ਦੀ ਇੱਕ ਚੰਗੀ ਇਮੇਜ ਹੈਗੀ ਆ। ਇਹ ਆਜ਼ਾਦ ਵੀ ਲੜਦੇ ਤਾਂ ਵੀ ਸ਼ਹਿਰ ਦੇ ਲੋਕ, ਪਿੰਡਾਂ ਦੇ ਲੋਕ ਉਹਨੂੰ ਪਸੰਦ ਕਰਦੇ। ਸੋ ਬਿਲਕੁਲ ਦੋਸਤੋ, ਗਰਾਊਂਡ ਜ਼ੀਰੋ ਦੀ ਜਿਹੜੀ ਆ ਤੁਹਾਨੂੰ ਰਿਪੋਰਟ ਇੱਥੇ ਇਸ ਵੇਲੇ ਸਾਂਝ ਟੀਵੀ ਤੋਂ ਮਿਲ ਰਹੀ ਆ। ਔਰ ਬਿਲਕੁਲ ਹਰਦੀਪ ਸਿੰਘ ਤੱਗੜ ਸਟੂਡੀਓ ਦੇ ਵਿੱਚ ਜਿਹੜੇ ਬੈਠੇ ਆ, ਤੁਹਾਨੂੰ ਗਰਾਊਂਡ ਜ਼ੀਰੋ ਤੋਂ ਜਿਹੜੀ ਕੱਲੀ ਜਿਹੜੀ ਨਜ਼ਦੀਕੀ ਤੇ ਬਰੀਕੀ ਦੇ ਨਾਲ ਕੱਲੀ ਗੱਲ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਆ। ਤੇ ਨਾਲ ਦੀ ਨਾਲ ਗੱਲ ਕਰੀਏ ਭਾਜੀ, ਇਸ ਵੇਲੇ ਜਿਹੜਾ ਆ ਆਪਾਂ ਤਿੰਨਾਂ ਪਾਰਟੀਆਂ ਦੀ ਗੱਲ ਕਰ ਲਈ ਆ, ਉਸ ਤੋਂ ਬਾਅਦ ਦੋ ਪਾਰਟੀਆਂ ਪਿੱਛੇ ਹੋਰ ਬਚਦੀਆਂ, ਲੋਕ ਇਨਸਾਫ ਪਾਰਟੀ ਤੇ ਆਮ ਆਦਮੀ ਪਾਰਟੀ। ਕਿਉਂਕਿ ਮੰਨ ਲਈਏ ਵੀ ਕਾਂਗਰਸ ਤਾਂ ਬਹੁਤ ਪੁਰਾਣੀਆਂ ਪਾਰਟੀਆਂ ਨੇ, ਇਹ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਜਾਂ ਲੋਕ ਇਨਸਾਫ ਪਾਰਟੀ ਦੀ ਗੱਲ, ਪੰਜਾਬ ਦੇ ਵਿੱਚ ਹੱਲੇ ਥੋੜਾ ਕੁ ਸਮੇਂ ਤੋਂ ਆਈਆਂ ਨੇ। ਇਹਨਾਂ ਦੇ ਬਾਰੇ ਜਿਹੜੀ ਆ ਉਹ ਗਰਾਊਂਡ ਜ਼ੀਰੋ ਦੀ ਜਿਹੜੀ ਰਿਪੋਰਟ ਆ ਉਹ ਕੀ ਕਹਿ ਰਹੀ ਆ ਜੀ? ਦੇਖੋ, ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਪਿਛਲੀ ਵਾਰੀ ਐਡਾ ਰੌਲਾ ਪੈ ਗਿਆ ਸੀ ਵੀ ਇਦਾਂ ਹੀ ਵੀ 100 ਸੀਟਾਂ ਪੰਜਾਬ ਦੇ ਵਿੱਚ ਲੈ ਜਾਣੀਆਂ। ਚਲੋ ਉਹਨਾਂ ਦਾ ਬੜਾ ਵਧੀਆ ਅਸਰ ਰਿਹਾ ਸੀ, ਦੂਏ ਨੰਬਰ ਤੇ ਹੋ ਆਏ ਆ ਕਾਂਗਰਸ ਤੋਂ ਦੂਏ ਨੰਬਰ ਤੇ। ਪਰ ਫਗਵਾੜਾ ਵਿੱਚ ਨਹੀਂ ਸੀ ਉਹਨਾਂ ਦਾ ਜਾਦੂ ਚੱਲਿਆ। ਫਗਵਾੜਾ ਦੇ ਵਿੱਚ ਜਿੱਤ ਨਹੀਂ ਹਾਸਲ ਹੋਈ ਸੀ। ਹੁਣ ਜਿਮਨੀ ਚੋਣਾਂ ਹੋਈਆਂ ਨੇ, ਜਿਮਨੀ ਚੋਣਾਂ ਦੇ ਵਿੱਚ ਤਾਂ ਬਹੁਤ ਸਾਰੇ ਜਗ੍ਹਾ ਦੇ ਪਿੰਡਾਂ ਸ਼ਹਿਰਾਂ ਦੇ ਵਿੱਚ ਉਹਨਾਂ ਦੇ ਬੂਥ ਵੀ ਨਹੀਂ ਲੱਗੇ ਸੀਗੇ, ਕੈਂਡੀਡੇਟ ਵੀ ਨਹੀਂ, ਉਹਨਾਂ ਤੋਂ ਲੜਾਈ ਲੜ ਹੋਈ, ਲੋਕਾਂ ਨੇ ਵੀ ਸਾਥ ਨਹੀਂ ਦਿੱਤਾ ਤੇ ਉਹਨਾਂ ਦਾ ਹਸ਼ਰ ਬੜਾ ਬੁਰਾ ਹੋਇਆ। ਮਤਲਬ ਬਹੁਤ ਘੱਟ ਗਿਣਤੀ ਵੋਟਾਂ ਦੀ ਪਈ ਸੀ। ਹੁਣ ਜਿਹੜੀਆਂ 22 ਦੀਆਂ ਚੋਣਾਂ ਤਾਂ ਇਸ ਵੇਲੇ ਬੜਾ ਵਧੀਆ ਨਹੀਂ ਇਹਨਾਂ ਦਾ ਦੇਖਣ ਨੂੰ ਮਿਲ ਰਿਹਾ। ਨਾ ਤਾਂ ਸ਼ਹਿਰ ਦੇ ਵਿੱਚ ਕੋਈ ਐਕਟੀਵਿਟੀ ਦੇਖਦੇ ਆ, ਨਾ ਪਿੰਡਾਂ ਵਿੱਚ ਦੇਖਦੇ ਆ। ਸੋ ਆਮ ਆਦਮੀ ਪਾਰਟੀ ਤਾਂ ਇਸ ਵੇਲੇ ਮਜ਼ਬੂਤੀ 'ਚ ਨਹੀਂ ਹੈਗੀ। ਚਲੋ ਲੜਾਈ ਲੜਨੀ ਹੈ, ਲੜਾਈ ਤਾਂ ਕੋਈ ਆਜ਼ਾਦ ਵੀ ਖੜ ਸਕਦਾ, ਕੋਈ ਵੀ ਖੜ ਸਕਦਾ। ਮੁਕਾਬਲਾ ਜਿਹੜਾ ਹੈਗਾ ਆ ਉਹ ਹੈਗਾ ਸ਼੍ਰੋਮਣੀ ਅਕਾਲੀ ਦਲ, ਬਸਪਾ, ਕਾਂਗਰਸ ਤੇ ਬੀਜੇਪੀ, ਇਹਨਾਂ ਤਿੰਨਾਂ ਦਾ। ਹਾਂ, ਜਰਨੈਲ ਨੰਗਲ ਦੀ ਗੱਲ ਕੀਤੇ ਬਿਨਾ ਇਹ ਪ੍ਰੋਗਰਾਮ ਅਸਫਲ ਹੈਗਾ, ਕਿਉਂਕਿ ਜਰਨੈਲ ਨੰਗਲ ਇੱਕ ਵੱਡੇ ਲੀਡਰ ਆ ਨਾ। ਜਰਨੈਲ ਨੰਗਲ ਇੱਕ ਬ੍ਰਾਂਡ ਆ, ਚਾਹੇ ਬਸਪਾ ਦੇ ਵਿੱਚ, ਚਾਹੇ ਲੋਕ ਇਨਸਾਫ ਪਾਰਟੀ ਦੇ ਵਿੱਚ। ਬਸਪਾ ਦੇ ਵਿੱਚ ਵੀ ਲੜੇ, ਲੋਕਾਂ ਲਈ ਲੜੇ। ਜੇਕਰ ਲੋਕ ਇਨਸਾਫ ਪਾਰਟੀ 'ਚ ਲੜੇ, ਲੋਕਾਂ ਲਈ ਲੜੇ। ਉਹ ਐਡਾ ਬਰੀਕੀ ਦੇ ਨਾਲ ਕੰਮ ਕਰ ਰਿਹਾ, ਚਾਹੇ ਕੋਈ ਵੱਡਾ ਅਫਸਰ ਆ, ਚਾਹੇ ਕੋਈ ਵੱਡਾ ਲੀਡਰ ਆ, ਚਾਹੇ ਕੋਈ ਵੱਡਾ ਵਪਾਰੀ ਆ, ਚਾਹੇ ਕੋਈ ਵੀ। ਜਿੱਥੇ ਗਲਤ ਹੁੰਦਾ, ਚਾਹੇ ਸਕੂਲਾਂ ਦੀ ਗੱਲ ਕਰ ਲਓ, ਮੇਰੇ ਖਿਆਲ ਨਾਲ ਜੇ ਸਭ ਤੋਂ ਵੱਡੀ ਆਵਾਜ਼ ਫਗਵਾੜਾ ਦੇ ਵਿੱਚ ਕਿਸੇ ਲੀਡਰ ਨੇ ਚੱਕੀ ਆ ਤੇ ਉਹ ਜਰਨੈਲ ਨੰਗਲ ਨੇ ਚੱਕੀ ਆ, ਬਬਾਕੀ ਦੇ ਨਾਲ। ਪਰ ਸਮਝ ਇਹ ਨਹੀਂ ਆਈ ਵੀ ਜਦੋਂ ਚੋਣਾਂ ਹੁੰਦੀਆਂ ਤੇ ਲੋਕਾਂ ਵੱਲੋਂ ਉਹਨਾਂ ਦਾ ਬੜਾ ਸਾਥ ਨਹੀਂ ਦਿੱਤਾ ਗਿਆ, ਹੈ ਨਾ। ਬਸਪਾ ਪਾਰਟੀ ਬਹੁਤ ਵੱਡੀ, ਲੋਕ ਇਨਸਾਫ ਪਾਰਟੀ ਦੇ ਵਿੱਚ ਬਸਪਾ ਨੂੰ ਵੀ ਬਹੁਤ ਭਜਾ ਕੇ ਰੱਖਿਆ ਸੀ ਜਰਨੈਲ ਨੰਗਲ ਨੇ, ਕਿਉਂਕਿ ਵੋਟ ਬੈਂਕ ਦੀ ਗੱਲ ਕਰੀ ਤਾਂ ਬਰੋਬਰ ਉਹ ਭਿੜੇ ਸੀ। ਨਹੀਂ ਤਾਂ ਇਦਾਂ ਲੱਗਦਾ ਸੀ ਵੀ ਲੋਕ ਇਨਸਾਫ ਪਾਰਟੀ ਇੱਥੇ ਯਾਰ ਫਗਵਾੜੇ ਵਿੱਚ ਕਿੱਥੇ ਆ। ਠੀਕ ਆ, ਉਹ ਪਾਰਟੀ ਤੋਂ ਬਿਨਾਂ ਜਰਨੈਲ ਨੰਗਲ ਇੱਕ ਬ੍ਰਾਂਡ ਆ, ਉਹ ਇਕੱਲੇ ਇਲੈਕਸ਼ਨ ਲੜਦੇ ਆ। ਜਿੰਨੀ ਉਹ ਵੋਟ ਲੈ ਕੇ ਜਾਂਦੇ ਆ, ਆਮ ਇੱਕ ਸਿੰਗਲ ਲੀਡਰ ਇੰਨੀ ਵੋਟ ਨਹੀਂ ਲੈ ਕੇ ਜਾ ਸਕਦਾ। ਸੋ ਜਿਹੜੀ ਸਾਡੀ ਅੱਜ ਦੀ ਇਹ ਇੱਕ ਖਾਸ ਤੁਸੀਂ ਸਵਾਲ ਜਵਾਬ ਪੁੱਛ ਰਹੇ ਸੀ, ਕਾਂਗਰਸ, ਸ਼੍ਰੋਮਣੀ ਅਕਾਲੀ ਦਲ, ਬਸਪਾ, ਭਾਜਪਾ, ਲੋਕ ਇਨਸਾਫ ਪਾਰਟੀ ਤੇ ਆਮ ਆਦਮੀ, ਲੜਾਈਆਂ ਹਰੇਕ ਨੇ ਲੜਨੀਆਂ ਹੈਗੀਆਂ, ਹਰੇਕ ਨੇ ਲੜਨਾ। ਪਰ ਲੜਾਈ ਹੈਗੀ ਆ ਕਾਂਗਰਸ, ਬਸਪਾ, ਸ਼੍ਰੋਮਣੀ ਅਕਾਲੀ ਦਲ। ਤੀਜਾ ਕੈਂਡੀਡੇਟ ਕਿਹੜਾ ਆਉਂਦਾ ਭਾਜਪਾ ਵੱਲੋਂ, ਇਹ ਉੱਤੇ ਨਿਰਭਰ ਕਰਦਾ। ਇਹਨਾਂ ਦੀ ਆਪਸੀ ਲੜਾਈ ਹੈਗੀ ਆ। ਲੋਕ ਇਨਸਾਫ ਪਾਰਟੀ ਵੱਲੋਂ ਚਰਚਾਵਾਂ ਇਹ ਚੱਲ ਰਹੀਆਂ ਸੀ ਵੀ ਉਹ ਕਾਂਗਰਸ ਦੇ ਨਾਲ ਸਮਝੌਤਾ ਵੀ ਹੋ ਸਕਦਾ। ਜੇ ਇਦਾਂ ਕਿਸੇ ਪਾਰਟੀ ਨਾਲ ਸਮਝੌਤਾ ਹੁੰਦਾ ਤਾਂ ਜਰਨੈਲ ਨੰਗਲ ਵੀ ਮੌਜੂਦਗੀ ਦੇ ਵਿੱਚ ਹੋ ਜਾਣਗੇ, ਉਹ ਵੱਡਾ ਕਰਨਗੇ। ਹੁਣ ਲੜਾਈ ਕਾਂਗਰਸ ਦੀ ਆਪਸੀ ਕਿੱਦਾਂ ਆ, ਬਸਪਾ ਦੇ ਵਿੱਚ ਆਪਸੀ ਕਿੱਦਾਂ ਦਾ ਮਨਮੁਟਾਵ ਦੂਰ ਸੱਚੀ ਹੋ ਗਿਆ ਕਿ ਬਸ ਟੈਂਪਰੇਰੀ ਹੋਇਆ, ਇਹ ਉਹ ਜਾਣਦੇ ਆ। ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸੁਖਬੀਰ ਸਿੰਘ ਬਾਦਲ ਕਿੱਦਾਂ ਮੈਨੇਜ ਕਰਦੇ ਆ, ਸਾਰਿਆਂ ਨੂੰ ਇਕੱਠੇ ਕਿੱਦਾਂ ਕਰਦੇ ਆ, ਇਹ ਦੇਖਣਾ। ਇਹ ਸਾਰਾ ਕੁਝ ਕਵਰ ਕਰਕੇ ਇਸ ਤਰ੍ਹਾਂ ਹੋਣਾ। ਪਰ ਹਾਲਾਂਕਿ ਜ਼ੋਰ ਪੂਰਾ ਇਸ ਵੇਲੇ ਲੱਗਾ ਹੋਇਆ ਆ, ਸਾਰੇ ਜ਼ੋਰਾਂ ਸ਼ੋਰਾਂ ਦੇ ਵਿੱਚ ਲੱਗਿਆ। ਜਿਵੇਂ ਜਿਵੇਂ ਦਿਨ ਵਧੀ ਜਾਣੇ ਆ, ਉੱਦਾਂ ਕਿਤਾਬ ਹੋਰ ਸਾਫ਼ ਹੁੰਦੀ ਜਾਣੀ ਆ। ਸਮੇਂ ਦੇ ਨਾਲ ਆਪਾਂ ਤੁਹਾਨੂੰ ਹੋਰ ਵੀ ਜਾਣਕਾਰੀ ਇਹਦੀ ਕਲੀਅਰ ਕਰਕੇ ਦੇਵਾਂਗੇ। ਬਹੁਤ ਬਹੁਤ ਧੰਨਵਾਦ ਜੀ। ਔਰ ਬਿਲਕੁਲ ਦੋਸਤੋ, ਤੁਹਾਨੂੰ ਦੱਸ ਦਈਏ ਕਿ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਚੋਣ ਦੰਗਲ, ਜਿਹਦੇ ਵਿੱਚ ਤੁਹਾਨੂੰ ਗਰਾਊਂਡ ਜ਼ੀਰੋ ਦੀ ਜਿਹੜੀ ਰਿਪੋਰਟ ਆ ਫਗਵਾੜਾ ਸਿਟੀ ਦੀ ਮਿਲਦੀ ਰਹੇਗੀ ਚੋਣਾਂ ਨੂੰ ਲੈ ਕੇ। ਸੋ 2022 ਦੀਆਂ ਚੋਣਾਂ ਦੇ ਲਈ ਤੁਸੀਂ ਵੀ ਜੁੜੇ ਰਹੋ ਪ੍ਰੋਗਰਾਮ ਚੋਣ ਦੰਗਲ ਦੇ ਵਿੱਚ। ਸੁੱਖਾ ਬਸ਼ਰ, ਸਾਂਝ ਟੀਵੀ ਤੋਂ, ਕੈਮਰਾਮੈਨ ਜੱਸੀ ਦੇ ਨਾਲ।